ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਧਾਨ ਸਭਾ ਦੇ ਵਿੱਚ ਜੋ ਕੁਝ ਹੋਇਆ ਉਹਦੀ ਚਰਚਾ ਹੋ ਰਹੀ ਹੈ। ਹਰ ਪੱਤਰਕਾਰ ਆਪੋ ਆਪਣੇ ਤਰੀਕੇ ਨਾਲ ਸੋਚਦਾ ਹੈ। ਹਰ ਪੱਤਰਕਾਰ ਦੀ ਆਜ਼ਾਦ ਸੋਚ ਹੈ, ਉਹਦੇ ਨਾਲ ਕੰਮ ਕਰਨ ਵਾਲਿਆਂ ਦੀ ਆਜ਼ਾਦ ਸੋਚ ਹੈ। ਕੁਝ ਰਲ ਕੇ ਕੰਮ ਕਰਦੇ ਨੇ, ਕੁਝ ਗਿਣ ਮਿਥ ਕੇ ਕਰਦੇ ਨੇ, ਕੋਈ ਕਹਿੰਦੇ ਨੇ ਵੀ ਆਪਾਂ ਆਹ ਕੰਮ ਕਰਨਾ, ਆਪਾਂ ਆਹ ਚੁੱਕਣਾ ਕੰਮ ਨੂੰ, ਆਹ ਮਸਲੇ ਨੂੰ ਉਠਾਉਣਾ ਵਗੈਰਾ ਵਗੈਰਾ ਵਗੈਰਾ। ਸਾਰੇ ਜਾਣਦੇ ਹੀ ਨਹੀਂ। ਓਪਨ ਮੰਚ ਹੈ ਸਾਡਾ। ਇਸ ਮੰਚ ਦੇ ਵਿੱਚ ਲਓ ਪਹਿਲੀ ਕਾਲ ਹੀ ਲੈ ਲੈਂਦੇ ਹਾਂ ਜੀ। ਵੈਲਕਮ ਜੀ, ਸਵਾਗਤ ਹੈ ਜੀ ਇਹਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਵੀਰੇ? ਸਤਿ ਸ਼੍ਰੀ ਅਕਾਲ ਜੀ। ਸਵਾਲ ਇਹ ਹੈ ਜੀ, ਜਿਵੇਂ ਹੁਣ ਇੰਡੀਆ ਆ WHO ਦੇ ਵਿੱਚ ਜਾ ਕੇ ਤੇ ਇੱਧਰੋਂ ਰਸ਼ੀਆ ਵਾਲੇ ਵੀ ਪੁੱਠੇ ਚੱਲ ਰਹੇ ਆ ਆਪਣੇ ਵਰਲਡ ਦੇ, ਤੇ ਚਾਈਨਾ ਵਾਲੇ ਵੀ ਕਹਿ ਰਹੇ ਆ ਵੀ ਅਸੀਂ ਸਾਥ ਦੇਵਾਂਗੇ ਰਸ਼ੀਆ ਦਾ ਤੇ ਪਾਕਿਸਤਾਨ ਦਾ। ਕੀ ਆਉਣ ਵਾਲੇ ਭਵਿੱਖ 'ਚ ਜੀ ਕੋਈ ਸੰਭਾਵਨਾ ਬਣਦੀ ਪਈ ਹੈ ਵੀ ਦੁਨੀਆ 'ਚ ਦੋ ਹਿੱਸੇ ਹੋ ਜਾਣਗੇ, ਜਿਸ 'ਚ ਮੈਜੋਰਟੀ ਪਾਪੂਲੇਸ਼ਨ ਇੱਕ ਪਾਸੇ ਹੋਊ ਤੇ ਵੈਸਟਰਨ ਵਰਲਡ ਇੱਕ ਪਾਸੇ ਹੋਊਗਾ? ਕਿ ਜੇ ਜੀਓ ਪੋਲਿਟਿਕਸ 'ਚ ਜਾਂ ਕੋਈ ਲੱਗਦੀ ਪਈ ਸੰਭਾਵਨਾ ਇਹਨਾਂ ਨੂੰ ਅੰਦਰੋਂ ਅੰਦਰੀ ਕੋਈ ਚੱਲ ਰਹੀ ਹੈ ਬ੍ਰਿਕਸ ਨੇਸ਼ਨਸ ਤੇ ਰਸ਼ੀਆ ਤੇ ਚਾਈਨਾ ਦੇ? ਬੜਾ ਵੱਡਾ ਸਵਾਲ ਹੈ। ਅੱਜ ਯੂਕਰੇਨ ਨੂੰ ਵੀ ਮਾਨਤਾ ਤੁਹਾਨੂੰ ਪਤਾ ਕਿ ਹਾਂ ਹੋ ਗਈ ਆ, ਵੱਡੀ ਤਾਦਾਦ ਦੇ ਵਿੱਚ ਉਹ ਹਾਂ ਜਤਾਉਣ ਦੇ ਵਿੱਚ ਕਾਮਯਾਬ ਹੋ ਗਿਆ। ਤੁਸੀਂ ਸ਼ਾਇਦ ਖਬਰ ਸੁਣੀ ਹੋਣੀ ਹੈ ਸਾਡੀ, ਹੈ ਨਾ? ਕੁਝ ਮੁਲਕਾਂ ਨੇ ਉਹਨੂੰ ਹਾਂ ਕਰਤੀ ਆ ਕਿ ਅਸੀਂ ਨਾਟੋ ਦੇ ਵਿੱਚ ਉਹਨਾਂ ਨੂੰ ਲਵਾਂਗੇ, ਹੈ ਨਾ? ਹਾਂਜੀ ਹਾਂਜੀ, ਮੈਂਬਰਸ਼ਿਪ ਦਾ ਦਾਅਵਾ ਬਣਾ ਲਿਆ ਯੂਰਪੀਅਨ ਯੂਨੀਅਨ ਦੇ ਵਿੱਚ। ਹੋ ਰਹੀ ਹੈ ਕਿ ਨਹੀਂ ਹੋ ਰਹੀ, ਸਟਾਰਟ ਹੋ ਰਹੀ ਹੈ ਕਿ ਨਹੀਂ? ਬ੍ਰੈਸਲ ਦੇ ਵਿੱਚ ਜਿਹੜੀ ਅੱਜ ਤੁਸੀਂ ਕਹਿ ਰਹੇ ਹੋ, ਮੇਰੇ ਲੱਗਦਾ ਤੁਸੀਂ ਉਹਨੂੰ ਉਸੇ ਹੀ ਸੰਦਰਭ ਦੇ ਵਿੱਚ ਗੱਲਬਾਤ ਕਰ ਰਹੇ ਹੋ। ਅੱਜ ਕਾਨਫਰੰਸ ਯੂਰਪੀਅਨ ਯੂਨੀਅਨ ਦੇ 27 ਹਾਂਜੀ 4-5 ਪੁਆਇੰਟ ਇਕੱਠੇ ਕਰਕੇ ਸਾਰੀ ਗੱਲ ਹੋ ਰਹੀ ਹੈ ਨਾ ਇਹ। ਹਾਂ, 27 ਦੇਸ਼ਾਂ ਦੇ ਨੇਤਾਵਾਂ ਨੇ ਯੂਕਰੇਨ ਨੂੰ, ਕੱਲਾ ਇਹੀ ਨਹੀਂ ਗੱਲ ਸੁਣੋ, ਹੋਰ ਵੀ ਹੈ ਕਿ ਇਸ ਦੇ ਨਾਲ ਪ੍ਰਕਿਰਿਆ ਜਿੱਥੇ ਸ਼ੁਰੂ ਹੋਈ ਹੈ ਯੂਕਰੇਨ ਦੀ, ਉੱਥੇ ਕਈ ਇਹਨੂੰ ਦਹਾਕੇ ਲੱਗ ਵੀ ਸਕਦੇ ਨੇ, ਇੱਕ ਸਮਾਂ ਵੀ ਲੱਗ ਸਕਦਾ, ਪਾਸ ਮਿੰਟੋ ਮਿੰਟ ਵੀ ਹੋ ਸਕਦਾ, ਡਿਪੈਂਡ ਹੁੰਦਾ। ਸਾਬਕਾ ਸੋਵੀਅਤ ਸੰਘ ਦੇ ਇੱਕ ਹੋਰ ਦੇਸ਼ ਆ ਮੋਲਡੋਵਾ, ਛੋਟੇ ਛੋਟੇ ਦੇਸ਼ ਨੇ ਜੀ, ਉਹਨੂੰ ਵੀ ਮੈਂਬਰਸ਼ਿਪ ਜਿਹੜੀ ਹੈ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੱਟੀ ਸਾਹਿਬ ਸਵਾਲ ਬੜਾ ਅਹਿਮ ਆ। ਜਿਹੜੀ ਗੱਲ ਇਹਨਾਂ ਨੇ ਕਹੀ ਹੈ ਜੀ, ਜਿਹੜੀ ਬ੍ਰਿਕਸ ਦੀ ਕੱਲ ਇਹਨਾਂ ਦੀ ਮੀਟਿੰਗ ਹੋਈ ਹੈ, ਬਕਾਇਦਾ ਤੌਰ ਤੇ ਵਰਚੁਅਲ ਮੀਟਿੰਗ ਹੋਈ ਆ, ਉਹਦੇ ਵਿੱਚ ਇਹ ਸਾਰੇ ਮੁੱਦੇ ਉਠਾਏ ਗਏ ਜੀ। ਦੇਖੋ, ਇੱਕ ਪਾਸੇ ਤੁਸੀਂ ਰਸ਼ੀਆ ਦੇ ਉੱਤੇ ਪਾਬੰਦੀਆਂ ਲਾ ਰਹੇ ਹੋ, ਵਰਲਡ ਲੈਵਲ ਤੇ ਅਮਰੀਕਾ ਵੀ ਲਾ ਰਿਹਾ ਪਾਬੰਦੀਆਂ ਲਾਓ, ਦੂਜੇ ਪਾਸੇ ਬ੍ਰਿਕਸ ਦੀ ਮੀਟਿੰਗ ਹੋਈ ਹੈ। ਜੇ ਵਰਚੁਅਲ ਮੀਟਿੰਗ ਹੋਈ, ਅੱਜ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਅੱਜ ਸਾਰੀ ਦੁਨੀਆ ਦੀ ਲੋੜ ਹੈ, ਇੱਕ ਦੂਜੇ ਪ੍ਰਤੀ ਲੋੜ ਹੈ। ਤੁਹਾਨੂੰ ਪਤਾ ਹੋਏਗਾ ਕਿ ਚਾਈਨਾ ਦੇ ਜਿਹੜੇ ਸਾਡੇ ਵਿਦਿਆਰਥੀ 23,000 ਪੜ੍ਹਦੇ ਸੀ ਚਾਈਨਾ ਦੇ ਵਿੱਚ, ਉਹਦੇ ਵਿੱਚੋਂ 12,000 ਵਿਦਿਆਰਥੀ 2 ਸਾਲ ਤੋਂ ਬੈਠੇ ਸੀ ਇੱਥੇ ਮੈਡੀਕਲ ਦੇ, ਉਹਨਾਂ ਨੂੰ ਜਿਹੜੀ ਫੀਸਾਂ ਨਹੀਂ ਜਾ ਰਹੀਆਂ ਸੀਗੀਆਂ, ਕਹਿੰਦੇ ਤੁਸੀਂ ਆਨਲਾਈਨ ਪੜ੍ਹਾਈ ਕਰ ਲਓ ਜੀ। ਕਹਿੰਦੇ ਬਿਲਕੁਲ ਨਹੀਂ। ਸਰਕਾਰ ਨੇ ਦਬਾਅ ਪਾਇਆ, ਵਿਦਿਆਰਥੀ ਦਬਾਅ ਪਾਇਆ। ਪਹਿਲਾਂ 90 ਵਿਦਿਆਰਥੀ ਪਾਕਿਸਤਾਨ ਤੋਂ ਰਹਿ ਗਏ, ਤੇ ਹੁਣ ਸਾਡੇ ਜਿਹੜੇ 12,000 ਵਿਦਿਆਰਥੀ, ਉਹਦੀ ਚਾਈਨਾ ਨੇ ਉਹਨਾਂ ਨੂੰ ਹਾਂ ਕਰਤੀ ਵੀ ਤੁਹਾਨੂੰ ਅਸੀਂ ਵੀਜ਼ੇ ਦੇਵਾਂਗੇ, ਤੁਸੀਂ ਇੱਥੇ ਆ ਸਕਦੇ। ਇੱਕ ਪਾਸੇ ਸਾਡੇ ਪੂਰੇ ਸਿੰਘ ਫਸੇ ਪਏ ਚਾਈਨਾ ਨਾਲ। ਇਸ ਕਰਕੇ ਮੈਂ ਸੋਚਦਾ ਵੀ ਇਹੋ ਜਿਹੀ ਕੋਈ ਗੱਲ ਹੈ ਨਹੀਂ ਹਾਲ ਦੀ ਕੜੀ, ਕਿਉਂ ਕਿ ਹਰ ਦੇਸ਼ ਨੂੰ ਦੂਜੇ ਦੇਸ਼ ਦੀ ਲੋੜ ਹੈ। ਬਿਲਕੁਲ ਬਿਲਕੁਲ ਬਿਲਕੁਲ। ਯੂਕਰੇਨ ਦੀ ਆਪਣੀ ਦੀ ਗੱਲ ਤੁਸੀਂ ਕੀਤੀ ਹੈ, ਯੂਕਰੇਨ ਦੇ ਵਿੱਚ ਇਹਨਾਂ ਲੰਮਾ ਰਸ਼ੀਆ ਨੂੰ ਇਹ ਗੱਲ ਤਾਂ ਅੰਦਾਜ਼ਾ ਹੀ ਨਹੀਂ ਸੀ ਵੀ ਲੜਾਈ ਨਹੀਂ ਚੱਲੂਗੀ। ਅੱਜ ਉਹ ਵੀ ਖਫਾ ਹੋਇਆ ਪਿਆ ਵੀ ਕੋਈ ਨਾ ਕੋਈ ਬਹਾਨਾ ਬਣੇ, ਕਿਸੇ ਤਰੀਕੇ ਨਾਲ ਲੜਾਈ ਨੂੰ ਬੰਦ ਕੀਤਾ ਜਾਵੇ ਤੇ ਅਸੀਂ ਆਪਣੇ ਘਰੇ ਸੁਖੀ ਸਾਲੀ ਬਸਤੀ, ਕੋਈ ਗੱਲ ਨਹੀਂ। ਨੁਕਸਾਨ ਉਹਨੇ ਬੜਾ ਹੋਇਆ। ਤੁਸੀਂ ਦੇਖੋ, ਗੈਸ ਲੈਣ ਦੀ ਗੱਲ ਕੀਤੀ, ਕੁਝ ਦੇਸ਼ਾਂ ਦੀ ਅਸੀਂ ਨਹੀਂ ਦਿੰਦੇ ਗੈਸ, ਚਾਈਨਾ ਕਹਿੰਦਾ ਮੈਂ ਲੈਣੀ ਚਾਹ, ਕੋਈ ਗੱਲ ਨਹੀਂ, ਲੋੜ ਹੈ ਆਪੋ ਆਪਣੀ ਦੀ। ਇਸ ਲੋੜ ਦੇ ਵਿੱਚ ਮੇਰਾ ਖਿਆਲ ਕੋਈ ਵੀ ਦੇਸ਼ ਕਿਸੇ ਤੋਂ ਵੱਖ ਹੋ ਕੇ ਨਹੀਂ ਚੱਲ ਸਕਦਾ। ਜਿਹਨੇ ਚੱਲਣ ਦੀ ਕੋਸ਼ਿਸ਼ ਕੀਤੀ ਉਹ ਬਿਲਕੁਲ ਬਰਬਾਦ ਹੋ ਜਾਏਗਾ, ਕਲਮ ਕੱਲਾ ਪੈ ਜਾਊਗਾ ਜੀ। ਬਿਲਕੁਲ। ਹੁਣ ਅੱਜ ਭਾਵੇਂ ਸਾਡੇ ਇੱਕ ਵੀਰ ਦਾ ਸਵਾਲ ਆਇਆ ਸੀਗਾ ਕਿ ਜਿਹੜਾ ਵਾ ਸ਼੍ਰੀਲੰਕਾ ਜਿਹੜਾ ਵਾ ਉਹ ਵਿਕਣ ਦੇ ਕਿਨਾਰੇ ਤੇ ਆ। ਭਾਰਤ ਵਿੱਚ ਮੀਡੀਆ ਜਿਹੜਾ ਪਾਕਿਸਤਾਨ ਦੇ ਵਿੱਚ ਜੇ ਮਾੜਾ ਜਿਹਾ ਕਿਤੇ ਉਹ ਇਮਰਾਨ ਖਾਨ ਸਾਬਕਾ ਪ੍ਰਧਾਨ ਮੰਤਰੀ ਛਿੱਕ ਵੀ ਮਾਰਦਾ ਸੀ ਤੇ ਲਾ 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 ਉਹ FAT ਦਾ ਮੁੱਦਾ ਬੜਾ ਉਭਾਰਿਆ ਹੋਇਆ। ਕਿਹੜਾ ਦੇਸ਼ ਜਿਹੜਾ ਅੱਜ ਕਰਜ਼ਾਈ ਨਹੀਂ ਆ, ਮੈਂ ਇਹ ਪੁੱਛਣਾ ਚਾਹੁੰਦਾ। ਬਿਲਕੁਲ ਬਿਲਕੁਲ ਬਿਲਕੁਲ। ਈਵਨ ਅਮਰੀਕਾ ਖੁਦ ਗਈ, ਬਾਕੀ ਕੀ ਰਹਿ ਗਿਆ? ਬਸ ਜੀ, ਦੁਨੀਆ ਦਾ ਠੇਕੇਦਾਰ, ਮੈਂ ਪਹਿਲਾਂ ਵੀ ਕਹਿ ਚੁੱਕਾ, ਦੁਨੀਆ ਦਾ ਥਾਣੇਦਾਰ ਜਿਹੜਾ ਉਹ ਕਰਜ਼ਾਈ। ਸਾਡਾ ਕੈਨੇਡਾ ਜਿਹੜਾ, ਸਾਡੇ ਜਿਹੜੇ ਕੈਨੇਡੀਅਨ ਆ, ਅਸੀਂ ਟੈਕਸ ਪੇਅਰ ਆ ਨਾ, ਅਸੀਂ ਆਪਣੇ ਆਪ ਨੂੰ ਕਹਿ ਲਈਏ ਕਿ ਮੇਰੇ ਸਿਰ ਤੇ ਕੋਈ ਕਰਜ਼ਾ ਨਹੀਂ ਆ, ਮੇਰੇ ਵੀਜ਼ਾ ਕਾਰਡ ਮਾਸਟਰ ਕਾਰਡ ਪੇਡ ਆ, ਮੈਂ ਪੈਨ ਹੀ ਨਹੀਂ ਦੇਣੀ ਕਿਸੇ ਦੀ, ਹੈ ਨਾ, ਮੇਰਾ ਘਰ ਵੀ ਫੁੱਲੀ ਪੇਡ ਆ।
ਬਿਜ਼ਨਸ ਅਦਾਰਿਆਂ ਨੂੰ ਛੱਡ ਦਿਓ, ਵੱਖਰੀ ਗੱਲ ਆ ਵੀ ਮੈਂ ਪੇਡ ਹਾਂ ਜੀ ਸਾਰਾ ਕੁਝ, ਪਰ ਇੰਡੀਵਿਜੂਅਲ ਤੌਰ ਤੇ ਇੱਕ ਐਜ ਏ ਕੈਨੇਡੀਅਨ ਵੀ ਸਾਰੇ ਸਿਰ ਤੇ ਕਰਜ਼ਾ ਲੜਕ ਰਿਹਾ ਹੁੰਦਾ। ਬਿਲਕੁਲ ਬਿਲਕੁਲ। ਜਿਹੜੀ ਗੱਲ ਕੀਤੀ ਸ਼੍ਰੀਲੰਕਾ ਦੀ, ਸ਼੍ਰੀਲੰਕਾ ਦੀ ਇਮਦਾਦ ਕਰਨਾ, ਮਦਦ ਕਰਨਾ ਸਾਡੀ ਇੰਡੀਆ ਦੀ ਇੱਕ ਮਜਬੂਰੀ ਬਣ ਗਈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਤਾਮਿਲਨਾਡੂ ਦੇ ਬਹੁਤ ਸਾਰੇ ਕੈਂਪ ਜਿੱਥੇ ਅਸੀਂ ਫ੍ਰੀ ਰਾਸ਼ਨ ਦੇ ਰਹੇ ਉਹਨਾਂ ਨੂੰ, ਰਹਿਣ ਵਾਸਤੇ ਜਗ੍ਹਾ ਦਿੱਤੀ ਉਹਨਾਂ ਨੂੰ, ਵੀ ਤੁਸੀਂ ਰਹਿ ਸਕਦੇ ਹੋ ਇੱਥੇ। ਇਸ ਕਰਕੇ ਇੰਡੀਆ ਨੇ ਕਿਹਾ ਭਾਈ ਜੇ ਇੱਥੇ ਹੀ ਰਾਸ਼ਨ ਮਿਲਣਾ ਤੇ ਮੈਂ ਉੱਥੇ ਪਹੁੰਚਾ ਦਿਓ, ਆਪਣੇ ਦੇਸ਼ ਆਪਣੀ ਛੱਡੋ। ਇਸ ਕਰਕੇ ਸਾਡੀ ਮਜਬੂਰੀ ਉਹਦੀ ਮਦਦ ਕਰਨੀ ਤੇ ਇੰਡੀਆ ਉਹਦੀ ਡਟ ਕੇ ਮਦਦ ਕਰੇਗਾ ਕਿ ਉਹਦਾ ਕੋਈ ਉਹਦੀ ਹੋਂਦ ਖਤਮ ਨਾ ਹੋਵੇ। ਪਰ ਵੀਰ ਜੀ ਦਾ ਸਵਾਲ ਇਹ ਸੀ ਕਿ ਕੀ ਧੜੇ ਵੰਡੇ ਜਾਣਗੇ, ਮਤਲਬ ਕੀ ਵਰਲਡ ਵਾਰ? ਮੈਂ ਤਾਂ ਇੱਕ ਹੀ ਗੱਲ ਨਿਬੇੜਦੀ, ਧੜੇ ਬੇਸ਼ੱਕ ਹੋਣ ਲੇਕਿਨ ਲੋੜ ਕਰਕੇ ਕੋਈ ਦੂਸਰੇ ਨੂੰ ਛੱਡ ਨਹੀਂ ਸਕੇ। ਬਿਲਕੁਲ, ਕੋਈ ਵੀ ਦੇਸ਼ ਦੂਜੇ ਦੇਸ਼ ਨੂੰ, ਹੁਣ ਵੇਖੋ ਤੇਲ ਦੀਆਂ ਕੀਮਤਾਂ ਵੱਧ ਗਈਆਂ, ਅਸੀਂ ਵੀ ਪਿਸ ਰਹੇ ਹਾਂ, ਅਮਰੀਕਾ ਵਾਲੇ ਵੀ ਪਿਸ ਰਹੇ ਨੇ, ਪਾਕਿਸਤਾਨ ਵਾਲੇ, ਇੰਡੀਆ ਵਾਲੇ ਵੀ, ਔਰ ਬਾਕੀ ਵੱਖ ਕੰਟਰੀ ਵੀ ਪਿਸ ਰਹੇ ਨੇ। ਔਰ ਸ਼੍ਰੀਲੰਕਾ ਦੇ ਵਿੱਚ ਲਾਈਨ ਲੱਗੀਆਂ ਹੋਈਆਂ, 10 ਬੰਦੇ ਤੇਲ ਦੀ ਖਾਤਰ, ਤੇਲ ਭਰਾਉਣ ਦੀ ਖਾਤਰ ਹੀ ਮਰ ਗਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤਾਂ ਪਾਣੀ ਦੀਆਂ ਲੜਾਈਆਂ ਹੋਣੀਆਂ ਨੇ, ਪਾਣੀ ਦੀਆਂ ਲੜਾਈਆਂ ਹੋਣੀਆਂ ਨੇ। ਜਿਹੜੀ ਆਪਾਂ ਗੱਲ ਤੀਜੀ ਜਾਂ ਚੌਥੀ ਵਰਲਡ ਵਾਰ ਪਾਣੀ ਦੀ ਲੜਾਈ ਹੋਣੀ ਹੈ। ਭੱਟੀ ਸਾਹਿਬ, ਅੱਜ ਮੇਰਾ ਸਭ ਤੋਂ ਅਹਿਮ ਕੁਐਸਚਨ ਇਹ ਹੋਣਾ ਆ ਕਿ ਮਤਲਬ ਪੰਜਾਬ ਦੇ ਵਿੱਚ ਵਿਧਾਨ ਸਭਾ ਹੋਈ ਤੇ ਵਿਧਾਨ ਸਭਾ ਦੇ ਵਿੱਚ ਬੜਾ ਕੁਝ ਹੋਇਆ, ਆਪਾਂ ਦੇਖਿਆ, ਤੁਸੀਂ ਵੀ ਦੇਖਿਆ। ਹਰ ਪੱਤਰਕਾਰ ਦੀ ਆਪਣੀ ਸੋਚ ਹੈ, ਮੇਰੀ ਆਪਣੀ ਸੋਚ ਹੈ। ਮੈਂ ਜਿਸ ਮੁੱਦੇ ਤੇ ਲੈ ਕੇ ਆਉਣਾ, ਜੇ ਅਸੀਂ ਗਲਤ ਹੋਈਏ ਸਾਨੂੰ ਜ਼ਰੂਰ ਦੱਸਿਓ। ਇਹ ਵਰਲਡ ਵਾਈਡ ਘੁੰਮਦੇ ਨੇ ਪ੍ਰੋਗਰਾਮ, ਹੈ ਨਾ, ਉੱਥੇ ਕੋਈ ਵੀ ਚੈਲੰਜ ਕਰ ਸਕਦਾ ਤੇ ਕੋਈ ਵੀ ਗੱਲ ਕਰਨੀ ਹੋਵੇ ਬੜੀ ਸੋਚ ਸਮਝ ਕੇ ਕੀਤੀ ਜਾਣੀ ਚਾਹੀਦੀ ਆ। ਇਹ ਨਹੀਂ ਹੈਗਾ ਕਿ ਮਤਲਬ YouTube ਤੇ ਤੁਸੀਂ ਮੁੜ ਕੇ ਵੇਖੀ ਜਾਓ ਹੈ ਨਾ, ਇੱਥੇ ਸਵਾਲ ਕਰਨ। ਕੱਲ ਜਦੋਂ ਅਸੀਂ ਪ੍ਰੋਗਰਾਮ ਕਰਕੇ ਹਟੇ ਨਾ, ਮੈਨੂੰ ਕਿ USA ਤੋਂ ਫੋਨ ਆਇਆ ਜੀ, ਉਹ ਵੀ ਮੁੰਡਾ ਦੀਪ ਸਿੱਧੂ ਹੈ। ਉਹ ਜਿੰਨੇ ਉੱਥੇ ਸਟੋਰ ਨੇ ਨਾ, ਉਹਨੇ ਬੜੀ ਤਕੜੀ ਟਰਾਂਸਪੋਰਟੇਸ਼ਨ 90 ਤੋਂ ਸੈੱਟ ਆਉਣ, ਚੰਗਾ ਕੰਮ ਪ੍ਰੋਗਰਾਮ ਵਧੀਆ ਉਹਨਾਂ ਦਾ ਹੈ ਜੀ। ਉਹ ਕਹਿੰਦਾ ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਸਾਰੇ ਦੇਖੇ, ਸੋਹਣੇ ਤੇ ਤੁਹਾਡਾ ਪ੍ਰੋਗਰਾਮ, ਤੁਸੀਂ ਪ੍ਰੋਗਰਾਮ ਬਹੁਤ ਸੋਹਣਾ ਕਰਦੇ, ਮੈਂ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਤੁਹਾਡੀ ਜੀ। ਲੋਕ ਸੁਣਦੇ ਨੇ, ਥੈਂਕ ਯੂ ਜੀ, ਉਹਨਾਂ ਦਾ ਧੰਨਵਾਦ ਜੀ, ਸੁਣ ਰਹੇ ਨੇ ਉੱਥੇ, ਤੇ ਅਸੀਂ ਧੰਨਵਾਦ ਕੀਤਾ ਉਹਨਾਂ ਦਾ, ਬਹੁਤ ਧੰਨਵਾਦ ਤੁਹਾਡੀ। ਅਸੀਂ ਗੱਲ ਦੇਣੇ ਦੀ ਦਸਦੇ ਦੇ ਕੇ ਸਿੱਧੀ ਗੱਲ ਕਰਦੇ ਨੇ, ਬਸ ਡਰਨਾ ਕਾਹਦੇ ਲਈ ਹੈ, ਡਰਨਾ ਕਾਹਦੇ ਲਈ? ਭੈ ਕਾਹੂ ਕੋ ਦੇਤ ਨਹਿ ਭੈ ਮਾਨਤਾ, ਨਾ ਭੈ ਦੇਣਾ ਨਾ ਮੰਨਣਾ। ਸਾਡੇ ਬਾਪੂ ਨੇ ਤੇ ਸਾਨੂੰ ਇਹ ਗੱਲ ਕਹੀ ਆ, ਅਸੀਂ ਤੇ ਬਾਪੂ ਦੇ ਪੁੱਤ ਬਣਨਾ, ਨਾ ਭੈ ਦੇਣਾ ਨਾ ਮੰਨਣਾ, ਤੇ ਨਾ ਕਿਸੇ ਨੂੰ ਡਰਾਉਣਾ ਨਾ ਡਰਨਾ, ਹਨਾ ਜੀ। ਦੂਜੀ ਗੱਲ ਮੈਂ ਇੱਕ ਸਵਾਲ ਕਰਨ ਲੱਗਾ ਵਾਂ, ਮੇਰਾ ਜੇ ਕੋਈ ਗਲਤ ਹੋਵੇ, ਸਾਡੀ ਟੀਮ ਦੋਨਾਂ ਅਸੀਂ ਗੱਲ ਕਰਨ ਲੱਗੇ ਹਾਂ, ਤੁਹਾਡੇ ਕੋਲ ਕੋਈ ਹੋਵੇ ਸਵਾਲ ਦਾ ਜਵਾਬ ਹੋਵੇ ਤਾਂ ਜ਼ਰੂਰ ਦੱਸਿਓ। ਅੱਜ ਸਿੱਧੂ ਮੂਸੇਵਾਲ ਮਾਂ ਦਾ ਪੁੱਤ ਚਲਾ ਗਿਆ, ਅੱਛਾ ਗਾਇਕ ਸੀ, ਅੱਛਾ ਲਿਖਾਰੀ ਸੀ, ਧਨ ਦੌਲਤ ਆਉਂਦੀ ਸੀ, ਘਰ ਦੇ ਵਿੱਚ ਆਉਂਦੀ ਸੀ। ਥੋੜ੍ਹੇ ਸਮੇਂ ਦੇ 5-6 ਸਾਲਾਂ ਦੇ ਵਿੱਚ ਉਹਨੇ ਅਰਬਾਂ ਰੁਪਈਏ ਕਮਾ ਲਏ ਨੇ। ਮਤਲਬ ਅਸ ਗੀਤ ਨਹੀਂ ਮੈਨੂੰ ਕਰੋੜਾਂ ਰੁਪਈਏ ਦੇ ਦਿੱਤੇ, ਕਰੋੜਾਂ ਰੁਪਈਏ ਉਹਦੇ ਹਿੱਟ ਹੁੰਦੇ ਸੀ ਗੀਤਾਂ ਦੇ। ਮਤਲਬ ਜਿਹੜੀ ਆ ਉਹਨੇ ਪੈਸਾ ਮੋਟਾ ਰੱਜ ਕੇ ਕਮਾਇਆ। ਚੈਰਿਟੀ ਕਰਦਾ ਹੋਊਗਾ, ਅਜੇ ਤੱਕ ਚੈਰਿਟੀ ਵਾਲੇ ਨੇ ਕਿਸੇ ਨੇ ਪਾਈ ਨਹੀਂ ਕਿ ਸਿੱਧੂ ਮੂਸੇਵਾਲੇ ਨੇ ਇਹ ਵੀ ਚੈਰਿਟੀ ਕੀਤੀ ਆ। ਹਾਂ, ਡੋਨੇਸ਼ਨ ਦਿੰਦਾ ਹੋਊਗਾ, ਕੋਈ ਵੱਡੀ ਗੱਲ ਨਹੀਂ, ਅਸੀਂ ਵੀ ਦਿੰਦੇ ਹਾਂ, ਤੁਸੀਂ ਵੀ ਦਿੰਦੇ ਆ, ਹਨਾ ਜੀ। ਕਿਸ ਕਾਰਨ ਕਰਕੇ ਇਹਨੂੰ ਸ਼ਰਧਾਂਜਲੀ ਦਿੱਤੀ ਗਈ ਆ, ਮੌਨ ਧਾਰਨ ਕੀਤਾ ਗਿਆ ਪੰਜਾਬ ਵਿਧਾਨ ਸਭਾ ਦੇ ਵਿੱਚ? ਕਿਹੜੀ ਪ੍ਰਾਪਤੀ ਸੀ ਪੰਜਾਬ ਬਾਰੇ? ਕੀ ਕਾਂਗਰਸ ਦਾ ਉਹ ਮੈਂਬਰ ਸੀ ਇਸ ਕਰਕੇ, ਜਾਂ ਇੱਕ ਕਲਾਕਾਰ ਸੀ ਇਸ ਕਰਕੇ, ਜਾਂ ਵੋਟ ਬੈਂਕ ਬੜੀ ਵੱਡੀ ਸੀ ਯੂਥ ਦੀ ਇਸ ਕਰਕੇ? ਵੋਟ ਬੈਂਕ ਤੇ ਚਲੋ ਆ ਖਾਲਸਾ ਨਿਊਜ਼ ਵਾਲਿਆਂ ਨੇ ਪੁੱਛ ਲਿਆ ਕਿ ਜੇ ਏਡਾ ਵੱਡਾ ਫਨਕਾਰ ਸੀ, ਏਡਾ ਵੱਡਾ ਉਹਦੇ ਮਗਰ ਤੁਹਾਡਾ ਕਾਫਲਾ ਸੀ, ਤੇ ਹਾਰਿਆ ਕਿਉਂ? ਪਰ ਮੇਰਾ ਮੇਨ ਸਵਾਲ ਇਹ ਹੈ, 25,000 ਲਵਾਰਸ ਲਾਸ਼ਾਂ ਉਸ ਹਲਕੇ ਦੇ ਵਿੱਚ ਮੰਗਤੇ ਨਹੀਂ ਛੱਡੇ ਬੁੱਚੜਾਂ ਨੇ। ਖਾਕੀ ਵਰਦੀ ਵਾਲੇ ਰਿਟਾਇਰ ਹੋ ਕੇ ਇੱਥੇ ਸੁਣਦੇ ਵੀ ਹੋਣਗੇ, ਸਾਨੂੰ ਗੁੱਸਾ ਲੱਗਦਾ ਹੋਊਗਾ ਉਹਨਾਂ ਨੂੰ। ਉਹਨਾਂ ਬੁੱਚੜਾਂ ਨੇ ਆਪਣੇ ਸਰਕਾਰੀ ਸ਼ਹਿਰ ਦੇ ਉੱਤੇ ਲਵਾਰਸ ਲਾਸ਼ਾਂ ਦੇ ਉਸ ਵਾਰਸ ਨੂੰ 25,001 ਕਹਿ ਕੇ ਸ਼ਹੀਦ ਕੀਤਾ ਸੀ। ਕਿ ਅੱਜ ਤੱਕ ਪੰਥ ਰਤਨ ਫਕਰੇ ਕੌਮ ਪਦਮ ਵਿਭੂਸ਼ਣ ਕਿਸਾਨਾਂ ਦੇ ਮਸੀਹਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੀ ਸਹਿਯੋਗੀ ਪਾਰਟੀ ਕਾਂਗਰਸ ਨੇ ਕਿਸੇ ਵੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਕੀਤੀ ਹੈ। ਸਰਦਾਰ ਭਗਵੰਤ ਸਿੰਘ ਮਾਨ
ਚੋਣਾਂ ਦੇ ਮੌਕੇ ਕਹਿੰਦੇ ਸੀ ਕਿ ਬੀਬੀ ਨੂੰ ਖੰਡੂਰ ਸਾਹਿਬ ਤੋਂ ਕੀ ਚੋਣ ਲਈ ਲੜਨੀ ਚਾਹੀਦੀ, ਇਹਨੂੰ ਤਾਂ ਸਿੱਧਾ ਹੀ ਪਾਰਲੀਮੈਂਟ ਦੇ ਵਿੱਚ ਭੇਜਣਾ ਚਾਹੀਦਾ। 7 ਮੈਂਬਰ ਪਾਰਲੀਮੈਂਟ ਭੇਜੇ ਵਿਧਾਨ ਸਭਾ ਦੇ ਵਿੱਚ, ਸਤੌਜ ਵਾਲੇ ਨੂੰ ਯਾਦ ਨਹੀਂ ਆਈ ਕਿ ਇਸ ਨੌਜਵਾਨ ਵਾਸਤੇ, ਨੌਜਵਾਨ ਹੀ ਸੀ ਜਦੋਂ ਇਹ ਗਿਆ, ਛੋਟੇ ਛੋਟੇ ਸੀ ਬੱਚੇ, ਇਸ ਵਾਸਤੇ ਵੀ ਸ਼ਰਧਾਂਜਲੀ ਕਿਤੇ ਉੱਥੇ ਸਪੀਕਰ ਦੇ ਵਿੱਚ ਮਤਾ ਪੜਿਆ ਗਿਆ ਵੀ ਇਹ 25,000 ਲਵਾਰਸ ਲਾਸ਼ਾਂ ਦਾ ਵਾਰਸ ਬਣਿਆ ਸੀ, ਏਡੀ ਵੱਡੀ ਕੁਰਬਾਨੀ ਸੀ। ਦੂਜੇ ਪਾਸੇ ਸਿੱਧੂ ਮੂਸੇਵਾਲਾ ਗੀਤਾਂ ਦੇ ਵਿੱਚ ਸਿਰਫ ਇੱਕ ਗੀਤ ਆ, ਅੱਜ ਦੀ ਆਰਟੀਕਲ ਸੁਣਾਇਆ ਮੈਂ ਜਿਹੜਾ ਖਾਲਸਾ ਨਿਊਜ਼ ਦਾ, ਉਹਨੇ ਸਵਾਲ ਕੀਤੇ ਆ ਕਿ ਠੀਕ ਹੈ ਗੁਰਬਾਣੀ ਦੀ ਤੁਕ ਵਰਤ ਕੇ ਸਵਾਲ ਕੀਤੇ ਆ, ਉਹ ਸੁਣ ਲਿਓ ਔਰ ਪ੍ਰੋਗਰਾਮ ਦੇ ਵਿੱਚ ਰਿਪੀਟ ਹੋ ਜਾਣਾ। ਮਨੁੱਖਤਾ ਵਾਸਤੇ, ਕੌਮੀਅਤ ਵਾਸਤੇ ਤੇ ਇਸ ਗੀਤ ਤੋਂ ਸਿਵਾਏ ਉਹਦੀ ਕੋਈ ਦੇਣ ਨਹੀਂ ਨਾ। ਕੀ ਕਹਿਣਾ ਚਾਹੋਗੇ ਤੁਸੀਂ? ਸ਼ਾਇਦ ਮੇਰੇ ਕੋਲ ਉਹਨਾਂ ਦਾ ਪੂਰਾ ਸੁਣਿਆ ਨਹੀਂ, ਜਿਹੜੇ ਸੰਧਵਾ ਸਾਹਿਬ ਨੇ ਪੜ੍ਹਿਆ ਨਾ, ਉਹਦਾ ਮਤਾ ਪੜ੍ਹਿਆ ਤਾਂ ਨਹੀਂ ਸੁਣਿਆ। ਉਹਨਾਂ ਨੇ ਇਹ ਮਤਾ ਜਦੋਂ ਪੇਸ਼ ਕੀਤਾ, ਕਰਤਾਰ ਸਿੰਘ ਸੰਧਵਾ ਨੇ ਮਤਾ ਪੇਸ਼ ਕੀਤਾ ਤੇ ਕਿਹਾ ਕਿ ਨੌਜਵਾਨ ਗਾਇਕ, ਗੀਤਕਾਰ ਅਤੇ ਅਦਾਕਾਰ ਸ਼੍ਰੀ ਸ਼ੋਭਦੀਪ ਸਿੰਘ ਸਿੱਧੂ, ਜੋ ਵਿਸ਼ਵ ਦੇ ਸਿੱਧੂ ਮੂਸੇਵਾਲੇ ਦੇ ਨਾਮ ਤੋਂ ਜਾਣਿਆ ਜਾਂਦਾ ਸੀ, ਵੀ ਸਾਨੂੰ 29 ਮਈ 2022 ਨੂੰ ਸਦੀਵੀ ਵਿਛੋੜਾ ਦੀ। ਇਹ ਪੰਜਾਬ ਦੇ ਲੋਕ ਕੀਤੇ ਉਹਨਾਂ ਨੇ। ਅੱਛਾ, ਸ੍ਰੀ ਲਿਖ ਲਓ, ਸ੍ਰੀ ਸ਼ੋਭਦੀਪ ਸਿੱਧੂ ਵਿੱਚ, ਠੀਕ ਹੈ ਜੀ, ਸਰਦਾਰ ਨਹੀਂ ਸ੍ਰੀ ਉਹਨਾਂ ਦਾ, ਠੀਕ ਠੀਕ। ਉਹਨਾਂ ਦਾ ਜਨਮ 11 ਜੂਨ 1993 ਨੂੰ ਪਿੰਡ ਮੂਸਾ, ਜ਼ਿਲ੍ਹਾ ਮਾਨਸਾ ਵਿਖੇ ਹੋਇਆ। ਉਹਨਾਂ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਮਾਨਸਾ ਤੋਂ ਚੋਣ ਵੀ ਲੜੀ। ਉਹਨਾਂ ਨੇ ਛੋਟੀ ਉਮਰ ਵਿੱਚ ਕਮਾਂਤਰੀ ਪੱਧਰ ਤੇ ਨਾਮਣਾ ਖੱਟਿਆ। ਉਹਨੂੰ ਟਿੱਬਿਆਂ ਦੇ ਪੁੱਤ ਵਜੋਂ ਜਾਣਿਆ ਜਾਂਦਾ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀਆਂ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਭਾਣਾ ਮੰਨਣ ਦਾ ਬਲ ਬਖਸ਼। ਜੀ ਜੀ। ਜਦੋਂ ਇਹ ਮਤਾ ਪੇਸ਼ ਕੀਤਾ ਗਿਆ, ਦੋ ਵਿਅਕਤੀ ਵੱਖ ਵੱਖਰੇ ਉੱਠੇ। ਉਹਨਾਂ ਨੇ ਕੀ ਕੀਤਾ? ਇੱਕ ਨੇ ਕਿਹਾ ਠੀਕ ਹੈ ਜੀ, ਤੁਸੀਂ ਮਤਾ ਪੇਸ਼ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਿਹੜੇ 1970 ਤੋਂ ਜਿਹੜੀ ਉਹ ਪੰਥਕ ਸੇਵਾ 'ਚ ਲੱਗੇ, ਲੋਕ ਸੇਵਾ 'ਚ ਲੱਗੇ, ਉਹਨਾਂ ਨੂੰ ਸ਼ਰਧਾਂਜਲੀ ਭੇਟ। ਦੂਜੇ ਨੇ ਕਿਹਾ ਨਹੀਂ, ਇਹ ਠੀਕ ਆ, ਸੰਦੀਪ ਕਬੱਡੀ ਖਿਡਾਰੀ ਸਾਡਾ ਸੀਗਾ, ਉਹ ਵੀ ਇਸ ਮਾਹੌਲ ਦਾ ਸ਼ਿਕਾਰ ਹੋਇਆ। ਸੰਦੀਪ ਸਿੰਘ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਭੇਟ। ਠੀਕ ਆ। ਦੀਪ ਸਿੱਧੂ 11 ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਹ ਮਤੇ ਦੇ ਵਿੱਚ ਉਹਨਾਂ ਸਪਸ਼ਟ ਕਰ ਦਿੱਤਾ ਕਿ ਸਿਰਫ ਤੇ ਸਿਰਫ ਅਸੀਂ ਉਹਨੂੰ ਐਜ ਵਿਸ਼ਵ ਭਰ ਦੇ ਵਿੱਚ ਮਾਨਤਾ ਪ੍ਰਾਪਤ ਗੀਤਕਾਰ ਵਜੋਂ ਜਿਹੜੀ ਸ਼ਰਧਾਂਜਲੀ ਭੇਟ। ਦੂਸਰੀ ਚੀਜ਼ ਜਿਹੜੀ ਤੁਸੀਂ ਗੱਲ ਕੀਤੀ ਹੈ ਜਸਵੰਤ ਸਿੰਘ ਖਾਲੜਾ ਦੀ, ਜਸਵੰਤ ਸਿੰਘ ਖਾਲੜਾ ਜਿਸ ਪਾਰਟੀ ਦੇ ਹਿਊਮਨ ਰਾਈਟਸ ਵਿੰਗ ਦਾ ਜਿਹੜਾ ਸੀਗਾ ਜਨਰਲ ਸੈਕਟਰੀ ਸੀਗਾ, ਉਹਨੇ ਉਹਦੀ ਬਾਤ ਤੱਕ ਨਹੀਂ ਕੀਤੀ, ਕਿਉਂਕਿ ਉਹਨੂੰ ਮਰਵਾਉਣ ਦੇ ਵਿੱਚ ਉਹਨਾਂ ਦਾ ਵੀ ਹੱਥ ਸੀ ਤੇ ਕਾਂਗਰਸ ਦੇ ਹੱਥ ਸੀ। ਤੇ ਪੰਜਾਬ ਦੇ ਹੁਣ ਤੱਕ ਕਈ ਸਰਕਾਰ ਰਹੀ ਆ ਅਕਾਲੀਆਂ ਦੇ ਤੇ ਕਾਂਗਰਸ ਦੀ, ਸ਼ਰਧਾਂਜਲੀ ਕਿਉਂ ਭੇਟ ਕਰਨੀ? ਅਸੀਂ ਇੱਕ ਭਗਵੰਤ ਮਾਨ ਨੂੰ ਬੇਨਤੀ ਕਰਾਂਗੇ, ਜੇ ਵਾਕਈ ਤੁਸੀਂ ਮਨੁੱਖੀ ਹੱਕਾਂ ਦੀ ਰਾਖੀ ਦੇ ਨੰਬਰਦਾਰ ਬਣਨਾ ਚਾਹੁੰਦੇ ਹੋ ਤੇ ਜਿੱਥੇ ਬਾਕੀ ਨੂੰ ਸ਼ਰਧਾਂਜਲੀ ਭੇਟ ਕੀਤੀ, ਉੱਥੇ ਛੋਟੀ ਮੋਟੀ ਸ਼ਰਧਾਂਜਲੀ ਜਿਹੜੀ ਜਸਵੰਤ ਸਿੰਘ ਖਾਲੜਾ ਨੂੰ ਭੇਟ ਕਰਕੇ। ਇਹ ਸਵਾਲ ਕਿਉਂ ਮੇਰੇ ਮਨ 'ਚ ਆਇਆ ਪੱਟੀ ਸਾਹਿਬ, ਸਵਾਲ ਕਿਉਂ ਮੇਰੇ ਮਨ 'ਚ ਆਇਆ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਬੀਬੀ ਖਾਲੜਾ ਨੂੰ ਏਦਾਂ ਵੋਟਾਂ ਨਹੀਂ ਮੰਗਣੀਆਂ ਚਾਹੀਦੀਆਂ, ਚੁਣ ਕੇ ਭੇਜਣਾ। ਇਹ ਦਿਸ ਇਜ਼ ਇਹ ਔਨ ਰੈਕਡ ਆ ਭਗਵੰਤ ਮਾਨ ਹੁਣਾਂ ਦਾ, ਬਿਫੋਰ ਪੰਜਾਬ ਦੇ CM ਬਣ ਤੋਂ ਪਹਿਲਾਂ। ਬਿਲਕੁਲ 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 ਠੀਕ ਹੈ। ਅੱਜ ਸਾਡੇ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਕਰੋ ਚਾਹੇ ਨਾ ਕਰੋ। ਅਸੀਂ 25 ਸਾਲ ਤੋਂ ਆਪਣੇ ਦਰਸ਼ਕਾਂ, ਆਪਣੇ ਸਰੋਤੇ ਜਿਹੜੇ ਇੱਥੋਂ ਦੇ ਟੋਰਾਂਟੋ ਦੇ ਰੇਡੀਓ ਪ੍ਰੋਗਰਾਮ ਹੈ ਕਿ ਆ TV ਤੇ ਵੈਸੇ ਚਲੋ ਅੱਜ ਕੱਲ੍ਹ ਸੋਸ਼ਲ ਨੈਟਵਰਕ ਮੀਡੀਆ ਦੇ ਜ਼ਮਾਨਾ ਲਿਆ ਕੇ ਮੁੰਡਿਆਂ ਨੇ ਲਾ ਦਿੱਤਾ ਕੈਮਰਾ ਵੀ, ਭਾਜੀ ਤੁਹਾਨੂੰ ਸਿੱਧੇ ਹੋ ਕੇ ਬਹਿਣਾ ਪੈਣਾ, ਨਾਲ ਟੈਕਨੀਸ਼ੀਅਨ ਆ ਕਰਨਾ ਆਪਣੇ ਤੋਂ ਮੁੰਡਾ ਚਾਹ ਬਹੁਤ ਮਿਹਨਤ ਕਰਦਾ ਕੋਈ। ਇਹ ਰੇਡੀਓ ਪ੍ਰੋਗਰਾਮ ਹੈ, ਇਹ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਅਸੀਂ ਗੱਲ ਕਰ ਸਕਦੇ ਹਾਂ। ਇਹ ਨਹੀਂ ਕਿ ਹਵਾ 'ਚ ਤੀਰ ਮਾਰਤੇ, ਜਿਹੜਾ ਸਵਾਲ ਤੁਸੀਂ ਪੁੱਛ ਲਿਆ ਉਹਨੂੰ ਇਗਨੋਰ ਕਰਤਾ, ਜਿਹੜੇ ਤੁਹਾਡੇ ਮਤਲਬ ਦਾ YouTube 'ਤੇ ਆ ਗਿਆ ਉਹਦਾ ਜਵਾਬ ਦੇ ਦਿੱਤਾ। ਹਾਂ ਠੀਕ ਆ ਭਾਜੀ ਸਿੱਧੂ ਸਾਹਿਬ, ਬੱਲੇ ਬੱਲੇ। ਹਾਂ ਨਰਿੰਦਰ ਜੀ ਮੈਂ ਤੁਹਾਡੀ ਗੱਲ ਸੁਣਦਾ, ਉਹ ਭਾਜੀ ਤੁਸੀਂ ਵੇਖੋ ਇਹ ਤਾਂ ਬਕਵਾਸ ਕਰੀ ਜਾਣ, ਇੱਦਾਂ ਦੀਆਂ ਗੱਲਾਂ ਕਰਕੇ। ਇਹ ਸਾਨੂੰ ਟੈਕਨੀਕਲੀ ਪੁਆਇੰਟ ਸਾਰੇ ਆਉਂਦੇ, ਪਰ ਅਸੀਂ ਇੱਕ ਸੰਜੀਦਾ ਰੇਡੀਓ ਚਲਾਉਂਦੇ ਹਾਂ, ਘਰ ਘਰ ਦੇ ਵਿੱਚ ਸੁਣਿਆ ਜਾਂਦਾ। ਟੋਰਾਂਟੋ ਦੇ ਵਿੱਚ ਆ ਕੇ ਕਿਸੇ ਨੂੰ ਪੁੱਛਣਾ ਹੋਵੇ ਵੀ ਤੁਸੀਂ ਦਿਲਬਾਗ ਚਾਵਲੇ ਦੇ ਘਰ ਜਾਣਾ ਜਾਂ ਦਿਲਬਾਗ ਚਾਵਲਾ ਕੌਣ ਹੈ, ਤੁਹਾਨੂੰ ਦੱਸ ਦੇਣਗੇ ਰੰਗਲਾ ਪੰਜਾਬ ਕੌਣ ਆ। ਓਨਟਾਰੀਓ ਦੇ ਵਿੱਚ ਖਾਸ ਤੌਰ 'ਤੇ ਓਨਟਾਰੀਓ ਦੀ ਗੱਲ ਕਰਦਾ, ਟੋਰਾਂਟੋ ਦੀ।
ਇਹ ਪਹਿਚਾਣ ਆ 25 ਸਾਲ ਤੋਂ। ਜੇ ਕੋਈ ਨਵਾਂ ਹੋਵੇਗਾ ਤਾਂ ਮੈਂ ਖਿਮਾ ਦਾ ਜਾਚ, ਪਰ ਇਹ ਨਹੀਂ ਕਿ ਉਹਨਾਂ ਦੀ ਭਾਵਨਾਵਾਂ ਦੀ ਕਦਰ ਨਹੀਂ ਕਰਦੇ। ਕਦਰ ਕਰਦੇ ਇਸ ਕਰਕੇ ਕਿ ਤੁਸੀਂ ਇਹ ਕਹਿ ਰਹੇ ਹੋ ਚੋਣਾਂ ਤੋਂ ਪਹਿਲਾਂ ਕਿ ਬੀਬੀ ਖਾਲੜਾ ਨੂੰ ਵੋਟਾਂ ਮੰਗਣ ਦੀ ਲੋੜ ਨਹੀਂ, ਉਹਨੂੰ ਤਾਂ ਸਿੱਧਾ ਰਾਜ ਸਭਾ ਦੇ ਵਿੱਚ ਭੇਜਣਾ ਚਾਹੀਦਾ। ਭੇਜਿਆ ਕਿਉਂ ਨਹੀਂ? ਇਹੀ ਭੇਜਿਆ ਤੇ ਭਗਵੰਤ ਮਾਨ ਜੀ ਪੁਲਾਂ ਥਾਣੀ ਪਾਣੀ ਇੱਕ ਵਾਰੀ ਲੰਘਦਾ, ਅਗਲੀ ਵਾਰੀ ਪਤਾ ਨਹੀਂ ਮੁੱਖ ਮੰਤਰੀ ਬਣਨਾ ਜਾਂ ਨਹੀਂ ਬਣਨਾ, ਜਮ ਬਣੋ ਜਿਹੜਾ ਹਨਾ। ਆ ਜਿਹੜਾ ਲੰਘ ਗਿਆ ਇੱਕ ਵਾਰੀ ਲੰਘਦਾ ਪੁਲਾਂ ਥਾਣੀ ਪਾਣੀ। ਸਿੱਧੂ ਮੂਸੇਵਾਲੇ ਦੇ ਗੀਤ ਦੀ ਗੱਲ ਕਰਦਾ, ਪੁਲਾਂ ਥਾਣੀ ਪਾਣੀ, ਇਹ ਸਾਨੂੰ ਮੁਹਾਵਰੇ ਬੜੇ ਆਉਂਦੇ, ਇੱਕੋ ਵਾਰੀ ਲੰਘਣਾ ਇਹਨਾਂ ਥਾਣੀ। ਪਰ ਤੁਸੀਂ ਮੁੱਖ ਮੰਤਰੀ ਬਣਨਾ ਜਾਂ ਨਹੀਂ ਬਣਨਾ, ਪਰ ਐਟਲੀਸਟ ਇਸ 25,000 ਮਾਵਾਂ ਨੇ 9 ਮਹੀਨੇ ਉਹ ਬੱਚੇ ਆਪਣੀ ਇੱਥੇ ਪਾਲੇ। ਹਜੇ 25,000 ਤਾਂ ਸਿਰਫ 3 ਜ਼ਿਲ੍ਹਿਆਂ ਦੇ ਵਿੱਚੋਂ ਆ। ਡਿਸਟ੍ਰਿਕਟ ਤਰਨਤਾਰਨ ਛੋਟਾ ਜਿਹਾ ਆ, ਛੋਟਾ ਜਿਹਾ, ਬਾਕੀ ਪੰਜਾਬ ਬੜਾ ਵੱਡਾ ਆ। ਉੱਥੇ ਕੀ ਹਨੇਰਗਰਦੀ ਆਈ, ਕਿਤੇ ਹਿਸਾਬਤਾ ਵੀ ਨਹੀਂ ਆ। ਉਹਨੂੰ ਵੀ ਸ਼ਰਧਾਂਜਲੀ ਦੇ ਦੇ। ਉਹ ਕਹਿ ਕੇ ਖਾਕੀ ਵਰਦੀ ਵਾਲਿਆਂ ਨੇ 25,000 ਲਵਾਰਸ ਲਾਸ਼ ਉਸੇ ਜਗ੍ਹਾ ਤੇ ਹੀ ਜਾ ਕੇ ਸੁੱਟਿਆ, ਮੱਛੀਆਂ ਦਾ ਸ਼ਿਕਾਰ ਬਣਾਇਆ ਵੀ ਚੱਕ, ਉਹ ਤਾਂ ਜਿੰਦਾ ਰਵੇ। ਉਹ ਮਤਲਬ ਜਿਹੜਾ ਚਸ਼ਮਦੀਦ ਗਵਾਹ ਸੀਗਾ, ਜਾਂਦੇ ਜਾਂਦਿਆਂ ਉਹਨੇ ਬਿਆਨ ਦੇ ਦਿੱਤਾ। ਹਾਂਜੀ ਜੀ ਅਬ ਕਾਲ ਲੈ ਲਈਏ ਫਿਰ ਅਗਲੀ ਕਾਲ। ਹੈਲੋ ਜੀ, ਵੈਲਕਮ ਜੀ। ਪੱਟੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚੱਲ ਰਹੀ ਆ ਤੇ ਮੈਨੂੰ ਮੈਂ ਏਡਾ ਮਾਤਾ ਨਹੀਂ ਲੱਗਦਾ ਵੀ ਤੁਹਾਡੇ ਕੋਲ ਸਵਾਲ ਪੁੱਛ ਸਕਾਂ, ਪਰ ਮੇਰਾ ਕੁਐਸਚਨ ਇਹ ਹੈ ਜੇ ਹੁਣ ਸਿੱਧੂ ਨੇ ਜਿਹੜਾ ਗੀਤ ਲਿਖਿਆ ਪੱਟੀ ਸਾਹਿਬ, ਵੀ ਜਿੱਦਾਂ ਸੁਣਿਆ ਮੈਂ ਵੀ ਉਹਨਾਂ ਦੇ ਡੈਡੀ ਦੇ ਕੇਸ ਕਰਨ ਨੂੰ ਕਰਦੇ ਆ, ਲਿਖਿਆ ਤਾਂ ਸੱਚ ਆ, ਇਹ ਕੋਈ ਸ਼ੱਕ ਨਹੀਂ, ਸੱਚ ਆ ਜੀ, ਪਰ ਵਿੱਚ ਕਾਫੀ ਸਖਤ ਭਾਸ਼ਾ ਲਿਖੀ ਗਈ ਹੈ। ਪਰ ਤੁਹਾਨੂੰ ਪਤਾ ਹੀ ਮੈਂ ਆਸਟ੍ਰੇਲੀਆ ਨਹੀਂ ਹੈਗਾ, ਤੁਸੀਂ ਸੁਣਿਆ ਹੋਣਾ। ਨਹੀਂ ਉਹ ਲੈਂਗੁਏਜ ਆਪਾਂ ਮਤਲਬ ਚਲੋ ਇਹੀ ਉਹਦੀ ਪਾਪੂਲੈਰਿਟੀ ਦਾ ਕਾਰਨ ਹੀ ਇਹੀ ਸੀਗਾ ਕਿ ਇੱਕ ਅੱਧਾ ਸ਼ਬਦ ਇਹੋ ਜਿਹਾ ਹੁੰਦਾ। ਸਮਝੋ ਇਹ ਵੀ ਜੇ ਮਤਲਬ ਜੇ ਇਹਨੇ ਸਖਤ ਭਾਸ਼ਾ ਲਿਖੀ ਹੈ, ਪਰ ਉਹਨਾਂ ਦੇ ਡੈਡੀ ਤੇ ਕੇਸ ਬਣਨ ਦੀ ਗੱਲ ਬਣਦੀ ਨਹੀਂ, ਕੋਈ ਸੈਂਸ ਬਣਦੀ ਨਹੀਂ। ਉਹ ਬਾਕੀ ਹੁਣ ਪਤੀ ਸਾਹਿਬ ਮੈਂ ਸੁਣਦਾ ਤੁਹਾਡੇ ਸਭ ਤੋਂ। ਵੇਖੋ ਜਿਹੜੀ ਵੀਰ ਜੀ ਤੁਸੀਂ ਗੱਲ ਉਹ ਗਾਣੇ ਦੀ ਕਹੀ ਆ, ਉਹ ਬਿਲਕੁਲ ਸੱਚ ਆ, ਉਹ ਝੂਠ ਕੁਛ ਨਹੀਂ। ਪਰ ਜੇ ਮੈਂ ਇਹ ਤੁਹਾਨੂੰ ਕਹਿ ਦਿਆਂ ਕਿ ਸਿੱਧੂ ਮੂਸੇਵਾਲਾ ਜੇ ਜਿਉਂਦਾ ਹੁੰਦਾ ਤੇ ਇੱਕ ਧਿਰ ਨੇ ਉਹਨੂੰ ਅੱਜ ਅੱਤਵਾਦੀ ਗਰਦਾਨ ਦੇਣਾ ਸੀ, ਕਹਿ ਦੇਣਾ ਸੀ ਕਿ ਇਹਨੇ ਗਲਤ ਕੀਤਾ, ਨੇ ਪਾੜੇ ਪਾਉਣੇ ਦੀ ਗੱਲ ਕੀ, 3 ਸਟੇਟਾਂ ਦੀ ਗੜਬੜ ਕਰਾ ਦੂਗਾ, ਜੇ ਕਈ ਕੁਛ ਕਹਿ ਦੇਣਾ। ਅੱਜ ਵੀ ਸੋਸ਼ਲ ਮੀਡੀਆ ਤੁਸੀਂ ਵੇਖੋ, ਜੇ ਕੁਝ ਲੋਕਾਂ ਦੇ ਹੱਕ ਚ ਤੇ ਬਹੁਤ ਸਾਰੇ ਲੋਕ ਖਿਲਾਫ ਵੀ ਬੋਲਦੇ ਤੇ ਵੀ ਇਹ ਗਲਤ ਲਿਖਿਆ ਨਹੀਂ। ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਉਹਦੇ ਫਾਦਰ ਨੇ ਜਿਉਂਦੇ ਜੀ ਨੂੰ ਰੋਕ ਦਿੱਤਾ ਸੀ ਕਿ ਇਹ ਰਿਲੀਜ਼ ਨਾ ਕਰੀ। ਜਦੋਂ ਰਿਲੀਜ਼ ਕੀਤਾ ਤਾਂ ਥੱਲੀ ਮੱਚੂਗੀ, ਤੇ ਉਦੋਂ ਬਾਅਦ ਹੁਣ ਜਾਣ ਤੋਂ ਬਾਅਦ ਇਸ ਕਰਕੇ ਵੀ ਬੋਲਦੇ, ਜਿਹੜੇ ਬੰਦਾ ਹੀ ਚਲੇ ਗਿਆ ਤੇ ਬੋਲ ਕੇ ਕੀ ਕਰਨਾ। ਇਹ ਜ਼ਰੂਰ ਕਹਿੰਦੇ ਵੀ ਭਾਸ਼ਾ ਬੜੀ ਸਖਤ ਲਿਖੀ ਆ ਜੀ, ਇਹ ਭਾਸ਼ਾ ਗੰਭੀਰ ਕਰਨੀ ਚਾਹੀਦੀ। ਭਾਈ ਜਦੋਂ ਸੱਚ ਬੋਲੋਗੇ ਤੁਹਾਨੂੰ ਪਤਾ ਹੋਏਗਾ, ਸੱਚ ਨੂੰ ਫਾਂਸੀ, ਇੱਕ ਮੇਖਾ ਸ਼ਾਇਦ ਜਸਵੰਤ ਸਿੰਘ ਕੰਵਲ ਦਾ ਪਹਿਲਾ ਨਾਵਲ ਸੀ, ਜੇ ਪੜ੍ਹਿਆ ਹੋਊਗਾ, ਉਹ ਬੰਦਾ ਸੱਚ ਹੀ ਬੋਲਦਾ। ਸੱਚ ਬੋਲੋਗੇ ਫਾਂਸੀ ਲੱਗ ਜਾਂਦੀ ਜੀ। ਸੱਚ ਨੂੰ ਫਾਂਸੀ ਲੱਗਦੀ ਹੁੰਦੀ ਹੈ। ਉਹਨੇ ਸੱਚ ਬੋਲਿਆ, ਬਿਲਕੁਲ ਠੀਕ ਕਿਹਾ ਉਹਨੇ ਕਿ ਸਾਡੇ ਕੋਲ ਪਾਣੀ ਨਹੀਂ, ਇਸ ਵਾਰੀ ਤੇ ਬਿਲਕੁਲ ਠੀਕ ਕਿਹਾ। 3 ਤੁਸੀਂ ਬਣਾਤੀ, ਸਾਨੂੰ ਤੋੜਤਾ, ਸਾਨੂੰ ਮਰੋੜਤਾ, ਕਿਹੜਾ ਕੰਮ ਕੀਤਾ। ਜਟਾਣੇ ਦੀ ਗੱਲ ਕੀਤੀ, ਜਟਾਣੇ ਨੂੰ ਲੈ ਕੇ ਬੜਾ ਕੁਝ ਹੋ ਰਿਹਾ ਵੀ ਉਹਨੇ ਗਲਤ ਕੀਤਾ ਸੀ। ਜਿਹੜੀ ਕੌਮ ਇੱਕ ਟਰੈਕਟਰ ਨੂੰ ਸਵਾਰਨ ਵਾਸਤੇ ਲੱਖਾਂ ਰੁਪਈਆ ਲਾ ਕੇ ਲੈ ਕੇ ਤੁਰਦੀ ਹੈ, ਕਰਜ਼ਾਈ ਹੋਣ ਦੇ ਬਾਵਜੂਦ ਵੀ ਚੱਲੇ ਆ ਵੀ ਸਾਡੇ ਮਤਲਬ, ਮੈਨੂੰ ਤਾਂ ਮੈਂ ਉਦੋਂ ਵੀ ਗੱਲ ਕਹੀ ਸੀ ਵੀ ਕੀ ਇੰਨੇ ਟਰੈਕਟਰ ਸ਼ਿੰਗਾਰ ਦੇ ਮਤਲਬ ਕਰੋੜਾਂ ਰੁਪਈਆ ਤੁਸੀਂ ਟਰੈਕਟਰਾਂ ਦੇ ਸ਼ਿੰਗਾਰਨ ਤੇ ਲਾਤਾ, ਲੱਖਾਂ ਰੁਪਈਆ ਮੋਡੀਫਾਈ ਕਰਨ ਤੇ ਲਾਤਾ। ਚੱਲੇ ਹੋ ਪ੍ਰਦਰਸ਼ਨ ਕਰਨ, ਚੱਲੇ ਹੋ ਉੱਥੇ, ਤੁਸੀਂ ਚੱਲੇ ਹੋ ਹੱਕਾਂ ਦੀ ਰਾਖੀ ਕਰਨ ਵਾਸਤੇ ਚੱਲੇ ਹੋ, ਪਰ ਵੇਖਿਓ ਕਿਤੇ ਗਲਤ ਨਾ ਕਰ ਲਿਓ, ਵੇਖਿਓ ਕਿਤੇ ਗੁੰਮਰਾਹ ਨਾ ਹੋ ਜਿਓ, ਵੇਖੋ ਕਿਤੇ ਅਸੀਂ ਕਿਉਂਕਿ ਵੇਖਦੇ ਹਾਂ ਅਗਜ਼ਨੀ ਦੀਆਂ ਇੱਕ ਅੱਧਾ ਬੰਦਾ ਸ਼ਰਾਰਤ ਕਰਦਾ, ਉਹਨੂੰ ਲੱਭਣ ਦੀ ਕੋਸ਼ਿਸ਼ ਕਰਿਓ। ਪਰ ਅਗਲੇ ਦਿਨ ਜੋ ਕੁਝ ਹੋਇਆ ਬਹੁਤ ਵੱਡਾ ਹੋਇਆ। ਮੈਂ ਬੱਬੂ ਮਾਨ ਨੂੰ ਡਿਫੈਂਡ ਨਹੀਂ ਕਰਨਾ, ਜਾਂ ਉਹਨੂੰ ਕੋਈ ਉਹਦੀ ਨਹੀਂ ਕਰਦਾ। ਬੱਬੂ ਮਾਨ ਦੀ ਇੰਟਰਵਿਊ ਸੁਣੋ, ਉਹਦੇ ਵਿੱਚ ਉਹਨੇ ਕਿਹਾ ਕੀ ਆ ਕਿ ਮੈਨੂੰ ਰੋਣ ਕਿਉਂ ਆਇਆ। ਜਿੱਤੀ ਹੋਈ ਬਾਜੀ, ਅਗਲੇ ਦਿਨ 4 ਛਲਾਰੂ ਆ ਕੇ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਤੁਹਾਡੇ ਉੱਥੇ ਮਜਾਰੇ ਵਾਲਿਆਂ ਨੂੰ ਢੀਮਾ ਮਾਰਦੇ ਸੀ, ਰੋੜੇ ਮਾਰਦੇ ਸੀ, ਪੱਥਰ ਮਾਰਦੇ ਸੀ। ਮਾਰਦੇ ਕਿ ਨਹੀਂ ਮਾਰਦੇ ਭੱਟੂ ਸਾਹਿਬ? ਜੀ ਇਹ 26 ਤਰੀਕ ਤੋਂ ਬਾਅਦ ਹੀ ਹੋਇਆ ਨਾ। ਅਸੀਂ ਨਿਸ਼ਾਨ ਸਾਹਿਬ ਚੜਾਉਂਦੇ ਨਾ ਚੜਾਉਂਦੇ ਉਹ ਨਹੀਂ ਗੱਲ ਹੈਗੀ ਕਿ ਉਹਨਾਂ ਨੂੰ ਖੇਦੀ ਕਰਦੇ ਮਾੜਾ ਕਹਿੰਦੇ ਆ, ਪਰ ਕੀ ਸੀ ਅਗਲੇ ਦਿਨ ਜਦੋਂ ਉਹ ਨਿਸ਼ਾਨ ਸਾਹਿਬ ਝੜ ਗਿਆ ਤੇ ਅਗਲੇ ਚੜਾਇਆ ਗਿਆ ਤੇ ਅਗਲੇ ਦਿਨ ਕੀ ਹੋਇਆ ਉੱਥੇ?
ਉਹ ਉੱਥੋਂ 100 ਵਾਰੀ ਲੰਗਰ ਵੀ ਖਾ ਗਏ ਹੋਣਗੇ, ਬਦਾਮ ਵੀ ਖਾ ਗਏ ਹੋਣਗੇ, ਪਿਸਤਾ ਵੀ ਜਾ ਗਏ ਹੋਣਗੇ, ਪੀਜ਼ਾ ਵੀ ਖਾ ਗਏ ਹੋਣਗੇ, ਪਰ ਅਗਲੇ ਦਿਨ ਆ ਕੇ ਉਹੀ ਉੱਥੇ 2.5 ਟੋਟਰੂ ਜਿਹੜੇ ਸੀਗੇ ਪੱਥਰ ਮਾਰਦੇ ਸੀ ਤੇ ਪਿੱਛੇ ਉਹਨਾਂ ਨੂੰ ਥਾਪੜਾ ਕਿਹਦਾ ਸੀਗਾ? ਜੀ ਜੀ ਉਹਦੇ ਨਾਲ ਕਿੰਨੀ ਬਦਨਾਮੀ ਹੋ ਰਹੀ ਸੀ। ਇਸ ਕਰਕੇ ਹੋ ਸਕਦਾ ਕਿ ਉਹਦੇ ਨੀਰ ਵਗੇ ਹੋਣ। ਗਲਤ ਪਾਸੇ ਨੂੰ ਲੈ ਕੇ ਜਾਣਾ ਤਾਂ ਸਾਡੀ ਫਿਤਰਤ ਵਾ। ਜਿੰਦੇ ਦੀਆਂ ਅਸੀਂ ਮੜੀਆਂ ਪੂਜਦੇ ਆ, ਉਹਨੇ ਵੀ ਗੀਤ ਜਿਹੜੇ ਗਾਏ ਠੀਕ ਆ, ਅੱਜ ਕੱਲ ਚੱਲਦਾ ਪਿਆ ਹਰ ਸਾਰਾ ਕੁਝ। ਮੈਨੂੰ ਪੰਜਾਬ ਦਾ ਕੋਈ ਕਲਾਕਾਰ ਦੱਸੋ ਜਿਹਨੇ ਲੱਚਰਤਾ ਨਹੀਂ ਗਾਈ। ਚੈਲੰਜ ਆ। ਮੈਂ ਕੋਈ ਬੱਬੂ ਮਾਨ ਦੀ ਕੋਈ ਉਹ ਨਹੀਂ ਕਰ ਰਿਹਾ, ਕੋਈ ਉਹਦੀ ਕੋਈ ਪ੍ਰੋੜਤਾ ਕਰ ਰਿਹਾ ਜਾਂ ਉਹਦਾ ਕੋਈ ਪੱਖ ਪੂਰਿਆ। ਮੈਨੂੰ ਪੰਜਾਬ ਦਾ ਇੱਕ ਵੀ ਕਲਾਕਾਰ ਦੱਸੋ ਤੁਸੀਂ ਜਿਹਨੇ ਲੱਚਰਤਾ ਨਹੀਂ ਗਾਈ। ਤੇ ਮੈਂ ਤੁਹਾਡੇ ਸਾਹਮਣੇ ਸ਼ਬਦ ਕੱਢ ਕੇ ਰੱਖ ਦਾਂਗਾ ਉਹਦੇ ਵੀ ਆਹ ਲਓ ਫੜੋ। ਬਹੁਤ ਕੋਈ ਦਰਵੇਸ਼ ਹੋਊਗਾ ਜਿਹਨੇ ਪ੍ਰਸਿੱਧੀ ਪ੍ਰਾਪਤ ਕਰਨ ਵਾਸਤੇ ਇਹੋ ਜਿਹੇ ਗੀਤ ਨਹੀਂ ਗਾਏ ਹੋਣਗੇ। ਕਿਤੇ ਨਾ ਕਿਤੇ ਕੋਈ ਲਫ਼ਜ਼ ਇਹੋ ਜਿਹਾ ਹੁੰਦਾ ਹੈ ਜਿਹੜਾ ਅਸੀਂ ਉਹਦੀ ਪਰਿਭਾਸ਼ਾ ਜਾਂ ਉਹਦਾ ਮੀਨਿੰਗ ਸਮਝਣ ਲੱਗਿਆ ਉਹਨੂੰ ਡਬਲ ਮੀਨਿੰਗ ਕਰ ਲੈਂਦੇ ਹਾਂ। ਕਿਉਂ ਪੱਟੀ ਸਾਹਿਬ? ਬਿਲਕੁਲ ਬਿਲਕੁਲ। ਸੋ ਆਪਾਂ ਇਹ ਕਾਲ ਲਵਾਂਗੇ 9058131320। ਸੋ ਪੁਲਾ ਥੱਲੇ ਪਾਣੀ ਬਾਰ-ਬਾਰ ਨਹੀਂ ਨਿਕਲਣਾ ਭਗਵੰਤ ਮਾਨ ਜੀ। ਅੱਜ ਪੰਜਾਬ ਦੀ ਕੁਰਸੀ ਤੁਹਾਡੇ ਕੋਲ ਹੈ। ਇਸ ਕਰਕੇ ਕਹਿ ਰਹੇ ਆ ਕਿ ਤੁਸੀਂ ਬੀਬੀ ਜਸਵੰਤ ਖਾਲੜਾ ਦੀ ਧਰਮ ਪਤਨੀ ਨੂੰ ਕਿਹਾ ਸੀ ਕਿ ਵੋਟਾਂ ਮੰਗਣ ਦੀ ਲੋੜ ਨਹੀਂ। ਪਰਮਜੀਤ ਖਾਲੜਾ ਜੀ, ਇਹਨਾਂ ਨੂੰ ਸਿੱਧਾ ਹੀ ਭੇਜਣਾ ਚਾਹੀਦਾ। ਉਹ ਤੁਹਾਡੀ ਰਾਜਨੀਤਿਕ ਬਿਆਨ ਸੀ ਜਾਂ ਦਿਲੋਂ ਬਿਆਨ ਦਿੱਤਾ ਸੀ ਉਹ ਤੁਸੀਂ ਜਾਣੋ। ਵੈਸੇ ਖਾਧੀ ਪੀਤੀ 'ਚ ਵੀ ਬਿਆਨ ਆ ਜਾਂਦੇ ਕਈਆਂ ਦੇ। ਆ ਬੰਦਾ ਚਾਹ ਚ ਪੀਂਦਾ ਹੋਵੇ ਤੇ ਕਹਿ ਹੀ ਦਿੰਦਾ ਖਿੜਿਆ ਹੋਇਆ। ਅਗਲੀ ਕਾਲ ਲੈ ਲੈਣੇ। ਬਿਲਕੁਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੱਟੀ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਸਵਾਲ ਇਹੀ ਆ ਵੀ SYL ਦੇ ਮੁੱਦੇ ਤੇ ਜਿਹੜਾ ਗਾਣਾ ਜਿਹੜਾ ਰਿਲੀਜ਼ ਹੋਇਆ ਸਿੱਧੂ ਮੂਸੇਵਾਲੇ ਦਾ, ਹੁਣ ਲੋਕੀ ਕ੍ਰਿਟੀਸਾਈਜ਼ ਵੀ ਕਰ ਰਹੇ ਆ ਵੀ ਉਹ ਇਸ ਤਰ੍ਹਾਂ ਦਾ ਲਿਖਦਾ ਰਿਹਾ ਜਾਂ ਉਹਦੀ ਸ਼ਬਦਾਵਲੀ ਜਿਹੜੀ ਸੀਗੀ ਬੜੀ ਸੀਗੀ ਥੋੜੀ ਰੁੱਖੇ ਟਾਈਪ ਦੀ, ਰਾਈਟ? ਸੋ ਮੇਰਾ ਸਵਾਲ ਇਹੀ ਆ ਜਾਂ ਮੈਂ ਤੁਹਾਨੂੰ ਇਹੀ ਪ੍ਰਤੀਕਰਮ ਲੈਣਾ ਚਾਹੁੰਦਾ ਵਾਂ ਕਿ ਇੱਕ ਤੇ ਉਹ ਬੰਦਾ ਚਲਾ ਗਿਆ, ਰਾਈਟ, ਪਰ ਜਦੋਂ ਵੀ ਉਹਨੇ ਕੋਈ ਗਾਣਾ ਲਿਖਿਆ ਜਾਂ ਕੋਈ ਗੱਲ ਕੀਤੀ ਆ ਉਹ ਪੰਜਾਬ ਦੀ ਹੱਕਾਂ ਲਈ ਕੀਤੀ ਆ ਜਾਂ ਕੌਮ ਲਈ ਗੱਲ ਕੀਤੀ ਆ। ਤੇ ਆਪਣੀ ਕੌਮ ਦੇ ਵਿੱਚ ਇਹੀ ਪ੍ਰੋਬਲਮ ਆ ਕਿ ਅਸੀਂ ਆਪਦੇ ਬੰਦਿਆਂ ਨੂੰ ਹੀ ਆਪਣਾ ਨਹੀਂ ਮੰਨਦੇ। ਜਦੋਂ ਚੱਲ ਜਾਂਦਾ ਅਸੀਂ ਵੈਨ ਪਾਉਂਦੇ ਆ ਜਾਂ ਰੋਨੇ ਆ ਜਾਂ ਉਹਨਾਂ ਦੀਆਂ ਪੋਸਟਾਂ ਪਾਉਂਦੇ ਆ। ਅੱਜ ਵੀ SYL ਕੱਲ ਦਾ ਰਿਲੀਜ਼ ਹੋਇਆ, ਪਰ ਕਿਸੇ ਲੋਕਾਂ ਨੇ ਉਹਦੀਆਂ ਪੋਸਟਾਂ ਪਾਈਆਂ, ਉਹਦੇ ਮਰੇ ਦੇ ਉੱਤੇ ਉਹਦੇ ਭੋਗ ਦੀਆਂ ਪੋਸਟਾਂ ਪਾਈਆਂ, ਜਿੰਨੇ ਵੀ ਕਲਾਕਾਰ ਸਿੰਗਰ ਵੀ ਹੋਏ ਆ, ਪਰ ਕਿਸੇ ਨੇ SYL ਦਾ ਕੋਈ ਸ਼ੇਅਰ ਨਹੀਂ ਕੀਤਾ ਵੀ ਇਸ ਗਾਣੇ ਨੂੰ ਵੀ ਤੁਸੀਂ ਵੱਧ ਚੜ ਕੇ ਸਲਾਓ। ਸੋ ਮੇਰਾ ਇਹ ਆ ਵੀ ਆਪਾਂ ਆਪਣੀ ਕੌਮ ਦੇ ਆਪਣੇ ਬੰਦਿਆਂ ਨੂੰ ਜਦੋਂ ਜਿੰਦੇ ਆ ਉਹਨਾਂ ਨੂੰ ਕਿਉਂ ਨਹੀਂ ਜੇ ਵੱਧ ਚੜ ਕੇ ਸਲਾਹ ਦੀ ਕੋਈ ਗੱਲ ਨਹੀਂ, ਸਲਾਹ ਦੀ ਨਹੀਂ ਗੱਲ ਹੋ ਰਹੀ। ਗੱਲ ਤੇ ਮਸਲੇ ਦੀ ਹੋ ਰਹੀ ਹੈ। ਜਿਹੜਾ ਮੁੱਦਾ ਸੀ ਸਰ, ਜਿਹੜਾ ਮੁੱਦੇ ਦੀ ਗੱਲ ਕਰ ਰਿਹਾ ਵੀ ਜਿਹੜਾ SYL ਮੁੱਦਾ ਵਾ ਉਹਨੂੰ ਤੇ ਆਪਾਂ ਹਾਈਲਾਈਟ ਕਰ ਸਕਦੇ ਹਾਂ ਨਾ, ਆਪਣਾ ਕੀ ਸ਼ੇਅਰ ਕਰੋ ਉਹਨੂੰ ਵੱਧ ਤੋਂ ਵੱਧ। ਇਹ ਤੇ ਗੱਲ ਕਹਿ ਹੀ ਚੱਲੇ ਨਾ ਪ੍ਰੋਗਰਾਮ ਸੁਣਦੇ ਨੂੰ। ਤੁਸੀਂ ਇੱਕ ਮਿੰਟ ਪੱਟੀ ਸਾਹਿਬ, ਇੱਕ ਮਿੰਟ। ਤੁਸੀਂ ਜੀ ਪਿਛਲੇ 4 ਘੰਟੇ ਪੂਰਾ ਪ੍ਰੋਗਰਾਮ ਸੁਣਿਆ? ਬਿਲਕੁਲ ਸੁਣਿਆ ਸਰ। 4 ਘੰਟੇ ਹੋ ਗਏ? ਹਾਂਜੀ। ਆਰਟੀਕਲ ਸੁਣਾਇਆ ਸੀ? ਸੁਣਿਆ? ਹਾਂਜੀ ਹਾਂਜੀ। ਕੀ ਸੀ ਟਾਈਟਲ ਉਹਦਾ? ਇਹੀ ਮੁੱਦਾ ਸੀਗਾ। ਨਹੀਂ, ਟਾਈਟਲ ਕੀ ਸੀ? ਮੈਂ ਸਰ ਆਪਣੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਤੇ ਸਿਰਫ ਉਹਨਾਂ ਕਲਾਕਾਰਾਂ ਦੀ ਗੱਲ ਕਰ ਰਿਹਾ ਕਿ ਜਿਹੜੇ ਉਹਨਾਂ ਦੀਆਂ ਮਰਨ ਤੋਂ ਬਾਅਦ ਉਹਦੀਆਂ ਪੋਸਟਾਂ ਪਾ ਰਹੇ ਸੀ ਜਾਂ ਸ਼ੇਅਰ ਕਰ ਰਹੇ ਸੀ ਵੀਡੀਓ। ਮੇਰਾ ਤੇ ਸਵਾਲ ਮਤਲਬ ਗੱਲ ਇਹ ਹੈ ਕਿ ਅੱਜ ਦੌੜ ਲੱਗੀ ਹੋਈ ਆ। ਉਹਦੇ ਗੀਤ ਦੀ ਮੈਂ ਲਫ਼ਜ਼ ਕਿੰਨਾ ਕਿ ਕੁਝ ਮੇਰਾ ਨਾਮ ਵਰਤ ਕੇ ਪ੍ਰਸਿੱਧੀ ਪ੍ਰਾਪਤ ਕਰਨਾ ਚਾਹੁੰਦੇ ਆ। ਉਹਨੇ ਹੀ ਕਿਹਾ ਸੀ ਕਿ ਕੁਝ ਮੇਰਾ ਨਾਮ ਵਰਤ ਕੇ ਪ੍ਰਸਿੱਧੀ ਪ੍ਰਾਪਤ ਕਰਨਾ ਚਾਹੁੰਦੇ। ਅੱਛਾ, ਗੀਤ ਦੇ ਵਿੱਚ ਬੋਲਿਆ ਦੁਨੀਆ ਬੜੀ ਹਿਸਾਬੀ। ਬਿਲਕੁਲ ਸਰ। ਝੰਡਾ ਚਲਾਏ ਤੋਂ ਫਿਰ ਕਿਉਂ ਰੋਇਆ ਸੀ ਅਰਬ ਪੰਜਾਬੀ। ਬਿਲਕੁਲ ਠੀਕ ਗੱਲ ਹੈ। ਹੁਣ ਮੈਂ ਤੁਹਾਨੂੰ ਸਵਾਲ ਪੁੱਛੂਗਾ, ਤੁਹਾਡੀ ਬੱਚੀ ਪੁੱਛੇ ਕਿ ਬਾਪੂ ਉਹ ਬਾਂਹ ਦੇਣ ਦਾ ਮਤਲਬ ਕੀ ਆ? ਮੈਂ ਗੁਰਦਾਸ ਮਾਨ ਦੇ ਗੀਤ ਦੀ ਬੱਤੀ ਦੀ ਗੱਲ ਕਰੂੰਗਾ ਨਾਲ ਹੀ, ਉੱਥੇ ਜੋ ਸਟੇਜ ਤੇ ਉਹਨੇ ਬੱਤੀ ਬਾਲਣ ਦੀ ਗੱਲ ਕੀਤੀ ਸੀ ਨਾ, ਬਿਲਕੁਲ ਬੱਤੀ ਵੱਟ ਕੇ ਲੈ ਲਾ। ਹੁਣ ਮੈਨੂੰ ਦੱਸ, ਤੁਹਾਡੀ ਧੀ, ਤੁਹਾਡੀ ਭੈਣ, ਤੁਹਾਡੀ ਮਾਂ, ਮੈਂ ਪੁੱਛਦਾ, ਮੈਨੂੰ ਨਹੀਂ ਪਤਾ ਯਾਰ ਬਾਂਹ ਦੇਣ ਦਾ ਮਤਲਬ ਦੱਸਿਓ ਜਰਾ ਮੈਨੂੰ। ਨਹੀਂ ਉਹ ਮੈਂ ਸਰ ਤੁਹਾਡੀ ਗੱਲ ਨਾਲ ਇਹਨੂੰ ਕਰੋ ਥੋੜਾ ਦੱਸੋ ਵੀ ਉਹ ਦੁੱਖੀ ਸ਼ਬਦਾਵਲੀ ਕਰਕੇ ਵੀ ਉਹ ਲੋਕੀ ਨੂੰ ਨਹੀਂ ਲਾਈਕ ਕਰਦੇ ਸੀ ਤੇ ਅਸੀਂ ਸ਼ਰਧਾਂਜਲੀ ਦੇਣਦੇ ਆ। ਕੱਲ ਨੂੰ ਮੈਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਹਿਤਾ ਵੀ ਵੋਟਾਂ ਬੜੀਆਂ ਨੇ, ਇਹਨੂੰ ਚੱਕ ਕੇ ਤਾਂ ਅਜਾਇਬ ਘਰ ਚਲਾ ਦਿਓ, ਫੋਟੋ ਬਾਂਹ ਦੇ ਦਿਓ,
ਬਾਂਹ ਦੇਣ ਦਾ ਮਤਲਬ ਸਮਝਾਇਓ ਮੈਨੂੰ ਮਾੜਾ ਜਿਹਾ। ਉਹ ਠੀਕ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਮੈਂ ਲਫ਼ਜ਼ ਨਹੀਂ ਵਰਤੇ, ਮੈਂ ਉਹਦੀ ਉਹ ਫੋਟੋ ਨਹੀਂ ਲਾਈ, ਮੈਂ ਉਹ ਸਿੰਘਾਂ ਦੀ ਫੋਟੋ ਨਹੀਂ ਲਾਈ, ਮੈਂ ਲੁੱਚਾਪਣ ਕਿਹਾ ਵੀ ਤੁਸੀਂ ਉਹਦੇ ਘਰ ਦੇ ਵਿੱਚ ਜਾ ਕੇ ਜਿੱਥੇ ਢੱਡਰੀਆਂ ਵਾਲਾ ਪ੍ਰਚਾਰ ਕਰ ਰਿਹਾ ਸੀ ਤੁਸੀਂ ਉਂਗਲਾਂ ਦਿਖਾ ਕੇ ਆਏ, ਉਹ ਲੁੱਚਾਪਣ ਕਿਹਾ। ਮੈਨੂੰ ਦੱਸੋ ਹੁਣ ਤੁਸੀਂ ਬਾਂਹ ਦੇਣ ਦਾ ਮਤਲਬ ਕੀ? ਲਫ਼ਜ਼ ਲਿਖਿਆ ਭਾਜੀ, ਉਹਨਾਂ ਦੀ ਆਪਸੀ ਰੰਜਿਸ਼ ਸੀ ਕਿ ਗੀਤ ਸ਼ਾਇਦ ਉਹ ਨਾ ਰਿਲੀਜ਼ ਕਰਦਾ, ਉੱਥੋਂ ਦੇ ਬਦਲ ਦਿੰਦਾ, ਪਰ ਅੱਜ ਸਿਆਣਪੇ ਸੀ, ਪੈਰਾ ਕੱਟਿਆ ਜਾ ਸਕਦਾ ਸੀ। ਕਿਉਂ ਪੱਟੀ ਸਾਹਿਬ? ਜੀ 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 ਬਿਲਕੁਲ ਕੱਟਿਆ ਜਾ ਸਕਦਾ ਹੀ, ਉਹ ਚ ਕੋਈ ਦੁਰਾਏ ਨਹੀਂ ਹੈ ਕਿ ਨਹੀਂ ਕੱਟਿਆ ਜਾ ਸਕਦਾ, ਪਰ ਮੈਂ ਜਸਟ ਇੱਕ ਗੱਲ ਕਹਿ ਰਿਹਾ ਕਿ ਆਪਣਾ ਚਲੋ ਕਿਸੇ ਨਾ ਕਿਸੇ ਨੇ ਤਾਂ ਆਵਾਜ਼ ਬੁਲੰਦ ਕੀਤੀ ਨਾ, ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਤੇ ਕੀਤੀ ਨਾ। ਹੁਣ ਕਿੰਨੇ ਸਿੰਗਰ 10,000 ਤੋਂ ਉੱਪਰ ਸਿੰਗਰ ਆ ਭਾਜੀ। ਨਾ ਤੁਸੀਂ ਫਿਰ ਲੇਖ ਨਹੀਂ ਸੁਣਿਆ, ਉਹਦੇ ਵਿੱਚ ਬੱਬੂ ਮਾਨ ਨੇ ਹਰ ਹਵਾਈ ਫਿਲਮ ਵੇਖੀ ਹੋਈ ਤੁਸੀਂ? ਬਿਲਕੁਲ ਵੇਖੀਏ ਸਰ। ਫਿਰ ਕੀਤੀ ਨਹੀਂ ਬੁਲੰਦ ਆਵਾਜ਼? ਸਮੇਂ ਦੇ ਨਾਲ ਜੋ ਕੁਝ ਸੀ ਕੀਤਾ। ਪਰ ਅੱਜ ਦੀ ਜਨਰੇਸ਼ਨ ਨੂੰ ਤੇ ਆਪਾਂ ਐਜੂਕੇਟ ਕਰਨ ਦੀ ਗੱਲ ਕਰ ਰਹੇ ਹਾਂ ਨਾ, ਫਿਰ ਉਦੋਂ ਤਾਂ ਬਹੁਤ ਪੁਰਾਣੀ ਫਿਲਮ ਸੀਗੀ ਉਹ ਹਮਾਇਤ। ਚਲੋ ਠੀਕ ਹੈ, ਤੁਸੀਂ ਨਹੀਂ ਮੈਂ ਬੈਠ ਨਹੀਂ ਸਕਦਾ, ਤੁਸੀਂ ਮੇਰੇ ਤੋਂ ਵੱਡੇ, ਮੈਂ ਸਿਰਫ ਤੁਹਾਡਾ ਪ੍ਰਤੀਕਰਮ ਜਾਣਨ ਆਈ ਲਵ ਯੂ ਮਤਲਬ ਹੁਣ ਰਣਜੀਤ ਬਾਵੇ ਦਾ ਗੀਤ ਕੀ ਸੀਗਾ ਭਾਈ? ਰਣਜੀਤ ਬਾਵੇ ਨੇ ਜੁਗਰਾਜ ਤੂਫਾਨ ਦੀ ਫਿਲਮ ਬਣਾ ਕੇ ਰੱਖ ਦਿੱਤੀ। ਬਿਲਕੁਲ ਉਹਨੂੰ ਡਿਨਾਈ ਕਰ ਦੋਗੇ? ਨਹੀਂ ਡਿਨਾਈ ਨਹੀਂ ਕਰ ਰਿਹਾ। ਹੁਣ ਤੇ ਤਰਸੇਮ ਜੱਸੜ ਦਾ ਵੀ ਗਾਣਾ ਇੱਕ ਰਿਲੀਜ਼ ਹੋਇਆ, ਸੱਚ ਕਿੱਥੇ ਆ, ਉਹ ਵੀ ਬਹੁਤ ਸੋਹਣਾ ਗਾਣਾ ਵਾ। ਤੁਸੀਂ ਕਾਕੜੇ ਨੂੰ ਡਿਨਾਈ ਕਰ ਦਿਓ। ਕਾਕੜਾ ਸੁਣਿਆ ਨਹੀਂ ਹੋਣਾ ਤੁਸੀਂ? ਕਾਕੜਾ ਜਿਹੜੇ ਮੁਹਾਲੀ ਵਾਲੇ ਕਾਕੜੇ? ਹਾਂਜੀ ਸੁਣਿਆ ਉਹਨਾਂ ਨੂੰ, ਰਾਜ ਕਾਕੜੇ ਨੂੰ ਸਾਰਾ ਸੁਣਿਆ, ਉਹ ਸਾਰਾ ਲਿਖਿਆ ਹੀ। ਅੱਜ ਭਾਜਪਾ ਚਲ ਗਿਆ ਉਹ ਮੁੰਡਾ, ਨਾ ਹੁਣ ਤੇ ਮੈਨੂੰ ਭੁੱਲ ਗਿਆ ਉਹਦਾ, ਸਾਡੇ ਸਟੂਡੀਓ ਕਈ ਵਾਰੀ ਆ ਬੀਬੀ 1984 ਦੀ ਕਤਲੇਆਮ ਜਿਹੜੀ ਸਭ ਤੋਂ ਜ਼ਿਆਦਾ, ਪੱਟੀ ਸਾਹਿਬ ਕੀ ਨਾਂ ਭੈਣ ਜੀ ਦਾ? 1984 ਦੇ ਕਤਲੇਆਮ ਦੀ ਜਿਹੜੀ ਸਭ ਤੋਂ ਵੱਡੀ ਪੀੜਤਾ ਜਿਹੜੀ ਆ, ਮਾਤਾ ਬਜ਼ੁਰਗ ਕੌਰ, ਜਿਹੜੇ ਬਜ਼ੁਰਗ ਨੇ ਹਾਂ, ਉਹਨਾਂ ਨੂੰ ਲੈ ਕੇ ਸਾਡੇ ਸਟੂਡੀਓ ਚ ਆਪਣਾ ਮੁੰਡਾ ਤੇ ਸਿੰਗਰ ਜੀ। ਹਾਂ ਮੈਂ ਭਾਜਪਾ ਚਲ ਗਿਆ। ਉਹਨੇ ਵੀ ਖੁੱਲ ਕੇ 84 ਬਾਰੇ ਲਿਖਿਆ। ਹਾਂ ਲਿਖਿਆ ਨਾ, ਠੀਕ ਹੈ। ਇਹ ਨਾ ਇੱਕ ਮਤਲਬ ਸਮਾਂ ਆ। ਅੱਜ ਮੈਂ ਨਹੀਂ ਕਹਿੰਦਾ ਕਿ ਸਿੱਧੂ ਮੂਸੇਵਾਲੇ ਨੇ ਕੋਈ ਗਲਤ ਲਿਖਿਆ ਜਾਂ ਮਾੜਾ ਲਿਖਿਆ, ਵਧੀਆ ਲਿਖਿਆ, ਘਟੀਆ ਲਿਖਿਆ, ਪਰ ਉਹਦੇ ਵਿੱਚ ਸਵਾਲ ਵੀ ਉੱਠਣਗੇ। ਜੇ ਆਪਾਂ ਗੁਰਦਾਸ ਮਾਨ ਨੂੰ ਕ੍ਰਿਟੀਸਾਈਜ਼ ਕਰਦੇ ਹਾਂ ਕਿ ਬੱਤੀ ਵਾਲੀ ਗੱਲ, ਤੇ ਫਿਰ ਬਾਂਹ ਦੇਣ ਵਾਲੀ ਗੱਲ ਵੀ ਉੱਠੂਗੀ ਭਾਈ। ਨਹੀਂ ਉਹ ਬਿਲਕੁਲ ਠੀਕ ਗੱਲ ਹੈ। ਮੈਂ ਸਰ ਮੈਂ ਤਾਂ ਭੱਜ ਨਹੀਂ ਰਿਹਾ, ਮੈਂ ਕਹਿ ਰਿਹਾ ਕਿ ਉਹਨੇ ਪਹਿਲੇ, ਮੈਂ ਤੁਹਾਨੂੰ ਸ਼ੁਰੂ ਗੱਲ ਕਰਨ ਤੋਂ ਪਹਿਲਾਂ ਕਿਹਾ। ਚਲੋ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ, ਲਵ ਯੂ ਟੂ ਸਰ। ਠੀਕ ਹੈ, ਵੌਇਸ ਆਫ ਸਿਟੀ 3020 ਹੈ। ਹਾਂਜੀ ਭੱਟ ਸਾਹਿਬ, ਜਿਹੜੀ ਗੱਲ ਕਰਦੇ ਨੇ ਮੈਂ ਇਹਦੇ ਹੱਕ ਚ, ਮੈਂ ਹੱਕ ਚਾਹਤੀ ਹਰ ਗੱਲ ਜਿਹੜੀ ਵੀ ਸਾਡੇ ਇਸ ਸਮਾਜ ਚ ਹੋਗੀ, ਇਹਦੇ ਦੋਵੇਂ ਪੱਖ ਹੁੰਦੇ, ਚੰਗਾ ਪੱਖ ਵੀ ਹੁੰਦਾ, ਮਾੜਾ ਪੱਖ ਹੁੰਦਾ, ਉਹਦੇ ਹੱਕ ਚ ਹੁੰਦੇ ਬੰਦੇ ਸਵਾਰਥ ਹੁੰਦੇ। ਇਸੇ ਕਰਕੇ ਅਸੀਂ ਬਾਰ-ਬਾਰ ਕਹਿ ਦਿੰਦੇ ਸਾਕਾ ਨੀਲਾ ਤਾਰਾ ਕਿਉਂ ਵਾਪਰਿਆ, ਕਿਵੇਂ ਵਾਪਰਿਆ, ਕਿ ਉਹਦੇ ਕਾਰਨ ਕੀ ਸੀਗੇ। ਜੇ ਸੰਤ ਭਿੰਡਰਾਂਵਾਲੇ ਨੇ ਗਲਤੀ ਕੀਤੀ ਉਹ ਵੀ ਜਾਗਣੀ ਚਾਹੀਦੀ, ਸਰਕਾਰ ਨੇ ਗਲਤੀ ਕੀਤੀ ਵੀ ਜਾਗਣੀ, ਤੇ ਬਕਾਇਆ ਤੌਰ ਤੇ ਇੱਕ ਡਿਬੇਟ ਹੋਣੀ ਚਾਹੀਦੀ ਹੈ। ਬਿਲਕੁਲ, ਜੇ ਡਿਬੇਟ ਦੇ ਵਿੱਚ ਬੜਾ ਕੁਝ, ਸੰਵਾਦ ਵਿੱਚ ਬੜਾ ਕੁਝ ਗੁਰੂ ਨਾਨਕ ਪਾਤਸ਼ਾਹ ਸੰਵਾਦ ਕੀਤੇ ਨੇ, ਸਾਰਾ ਸੰਵਾਦ ਕੀਤੇ, ਇਹ ਸੰਵਾਦ ਹੋਣਾ ਚਾਹੀਦਾ। ਸੰਵਾਦ ਉਹਨਾਂ ਨੇ ਕਿਹਾ ਸੀ ਸੰਵਾਦ ਕਰੋ, ਪਰ ਅਸੀਂ ਸੰਵਾਦ ਕਰਨ ਦੀ ਥਾਂ ਤੇ ਉਹ ਭੁੱਲ ਜਾਂਦੇ ਆ ਕਿ ਚੂੰਕਾਰ ਆਜ ਹਮਾ ਹੀਲ ਤੇ ਦਰਕ ਜਸਤ ਹਲਾਲ ਅਸਤ ਬਰਦਨ ਬਾਦ ਸ਼ਮਸ਼ੀਰ ਦਸਤ। ਅਸੀਂ ਉਹ ਚੀਜ਼ ਭੁੱਲ ਕੇ ਸੰਵਾਦ ਕਰਨ ਦੀ ਥਾਂ ਤੇ ਸਿੱਧਾ ਹੀ ਸ਼ਮਸ਼ੀਰ ਤੇ ਹੱਥ ਰੱਖਦੇ, ਤੇਰੇ ਨਾਲ ਸੰਵਾਦ ਨਹੀਂ ਕਰਨੇ, ਤੇਰੀ ਧੌਣ ਹੀ ਵੱਢਣੀ, ਗਿੱਟੇ ਵੱਢਣੇ। ਅੱਛਾ ਪੱਟੀ ਸਾਹਿਬ, ਆਹ ਜਿਹੜੀ ਗੱਲ ਆਪਾਂ ਕੀਤੀ ਆ ਨਾ ਅੱਜ, ਬਈ ਦੁਨੀਆ ਬੜੀ ਹਿਸਾਬੀ, ਬੜੀ ਚਲਾਕੀ ਹੈ ਨਾ, ਰੋਣ ਵਾਲੇ ਕਲਾਕਾਰ ਦਾ ਜ਼ਿਕਰ ਕਰਕੇ ਬਾਂਹ ਨਹੀਂ ਦਿੰਦੇ। ਕੱਲ ਨੂੰ ਇਹ ਤੇ ਚਰਚਾ ਹੋਊਗੀ, ਅੱਜ ਨਹੀਂ, ਅੱਜ ਤੱਕ ਕਿਸੇ ਨੇ ਇਸ ਵਿਸ਼ੇ ਨੂੰ ਉਠਾਇਆ ਨਹੀਂ ਆ। ਮੈਂ ਸਾਰਾ ਸੋਸ਼ਲ ਨੈਟਵਰਕ ਮੀਡੀਆ ਫੋਲਦਾ ਮਾਰਦਾ, ਕੱਲ ਨੂੰ ਵੇਖਿਓ ਤੁਸੀਂ ਇਸ ਵਿਸ਼ੇ ਨੂੰ ਕਾਪੀ ਕਰਕੇ ਵੱਡਿਆਂ ਨੇ ਜਿਨ੍ਹਾਂ ਦੇ ਉਹ ਮਿਲੀਅਨਸ ਫਾਲੋਅਰ ਝੂਠੇ ਬਣਾਏ ਹੋਏ ਨੇ, ਉਹਨਾਂ ਨੇ ਪਾ ਕੇ ਤੇ ਇਸ ਚੀਜ਼ ਨੂੰ ਬਾਂਹ ਨਹੀਂ ਦੇਣੀ। ਵੇਖੋ ਜੀ ਉਹਨੇ ਆਹ ਵੀ ਲਿਖਿਆ, ਬਾਂਹ ਦੇਣ ਦਾ ਮਤਲਬ ਧੀ ਭੈਣ ਪੁੱਛੇ ਤੁਹਾਨੂੰ। ਮੈਂ ਕਹਿੰਦਾ ਕਿ ਧੀ ਭੈਣ ਪੁੱਛੇ ਤੁਸੀਂ ਵੀ, ਇਹਦਾ ਮਤਲਬ ਕੀ ਮੈਨੂੰ ਪਤਾ ਨਹੀਂ, ਦੱਸੋ। ਇਹ ਵਿਚਕਾਰਲੀ ਉਂਗਲ ਖੜੀ ਕਰਨ ਵਾਲਾ ਮਾਮਲਾ ਹੀ ਆ। ਉਹ ਲਫ਼ਜ਼ਾਂ ਖੜੀ ਕਰ ਗਿਆ, ਲੈ ਕੇ ਖੜੀ ਕਰ ਗਿਆ, ਵਿਖਾ ਕੇ ਖੜੀ ਕਰ ਗਿਆ। ਦੈਟਸ ਅ ਡਿਫਰੈਂਟ ਸਟੋਰੀ। ਆਪਾਂ ਕਾਲ ਲੈ ਲੈਣੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜਾਵਦਾ ਜੀ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜਾਵਦਾ ਜੀ। ਮੈਂ ਸਤਿ ਸ਼੍ਰੀ ਅਕਾਲ ਵੀਰ ਜੀ। ਮੈਨੂੰ ਇੱਕ ਪਤਾ ਨਹੀਂ ਏਦਾਂ ਕਾਹਤੋਂ ਲੱਗਦਾ ਕਿ ਜਿਹੜੇ ਫੈਨ ਹੈਗੇ ਆ ਉਹਨਾਂ ਨੂੰ ਏਦਾਂ ਲੱਗਦਾ ਕਿ ਬਸ ਅਸੀਂ ਹੀ ਦੁਨੀਆ ਆ, ਬਈ ਹੁਣ ਸਾਨੂੰ ਪਤਾ ਲੱਗਿਆ ਇਹ ਗਾਣਾ ਸੁਣ ਕੇ ਵੀ SYL ਕੀ ਆ, ਤੇ
ਪੂਰੀ ਦੁਨੀਆ ਨੂੰ ਹੀ ਅੱਜ ਪਤਾ ਲੱਗਿਆ। ਉਹ ਬੜੇ ਨਾ ਇੱਕ ਛੋਟੀ ਜਿਹੀ ਦੁਨੀਆ ਦੇ ਵਿੱਚ ਰਹਿੰਦੇ ਆ ਬਈ ਉਹ ਉਹਨਾਂ ਨੂੰ ਏਦਾਂ ਲੱਗਦਾ ਕਿ ਜੇ ਅੱਖਾਂ ਸਾਡੀਆਂ ਖੁੱਲੀਆਂ ਤੇ ਮਤਲਬ ਕਿ ਸਾਰੀ ਦੁਨੀਆ ਸਾਡੇ ਵਾਂਗ ਹੀ ਅੱਜ ਤੱਕ ਹਨੇਰੇ 'ਚ ਹੀ ਸੀਗੀ। ਨਹੀਂ ਵੀਰੇ, ਉਹ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਜਿਹੜੀ ਪਨੀਰੀ 10 ਸਾਲ ਦੀ ਸੀ ਨਾ ਪਹਿਲਾਂ, ਉਹਨਾਂ ਦਾ ਕਸੂਰ ਨਹੀਂ ਹੈ ਨਾ ਟੋਟਲੀ। ਇੱਕ ਮਿੰਟ ਵੀਰ ਜੀ, ਇੱਕ ਮਿੰਟ। 10 ਸਾਲ ਪਹਿਲਾਂ ਸੋਸ਼ਲ ਨੈਟਵਰਕ ਮੀਡੀਆ ਤੇ, ਠੀਕ ਹੈ, ਜਦੋਂ ਤੋਂ ਪੰਜਾਬ ਦੇ ਵਿੱਚ ਮੇਲੇ ਲੱਗਣੇ ਸ਼ੁਰੂ ਹੋ ਗਏ, ਉਦੋਂ ਤੱਕ ਜਿਹੜੀ ਸਾਡੀ ਅੱਜ ਤੋਂ 20-15 ਸਾਲ ਪਹਿਲਾਂ ਦੀ ਜਿਹੜੀ ਪਨੀਰੀ ਆ ਉਹਨਾਂ ਨੂੰ ਪਤਾ ਹੈ, ਠੀਕ ਹੈ। 15 ਸਾਲ ਬਾਅਦ ਅੱਜ 15, ਮੈਂ ਕਹਿੰਦਾ ਕਿ ਮੈਂ ਤੁਹਾਨੂੰ ਉਦੋਂ ਦੀ ਗੱਲ ਸੁਣਾਈ ਸੀ ਕਿ ਮੈਂ ਇੱਥੇ ਗਿਆ ਸੀਗਾ, ਗ੍ਰੈਂਡ ਓਪਨਿੰਗ ਕੀਤੀ ਸੀ 15 ਸਾਲ ਪਹਿਲਾਂ। ਟੈਲੀਫੋਨ ਵਾਲਾ ਆਪਾਂ ਆਰਟੀਕਲ ਸੁਣਾਉਣਾ ਸੀ ਨਾ, ਟੈਲੀਫੋਨ ਜਦੋਂ ਸਮਾਰਟ ਆਏ ਸੀਗੇ, ਟੈਕਸਟ ਮੈਸੇਜ ਵਾਲਾ, ਉਦੋਂ ਹੀ ਲੋਕ ਬਿਜੀ ਹੋ ਗਏ ਸੀ। ਅੱਜ ਸੋਸ਼ਲ ਨੈਟਵਰਕ ਮੀਡੀਆ ਤੇ ਜਦੋਂ ਤੁਸੀਂ ਰੋਜ਼ ਪਿੱਟਦੇ ਇਹਨਾਂ ਗੱਲਾਂ ਨੂੰ, ਸਾਨੂੰ ਸੁਣਦੇ ਕਈ ਨਹੀਂ ਸੁਣਦੇ, ਕਈ ਨਹੀਂ ਸੁਣਦੇ, ਕੋਈ ਸੁਣਦੇ ਹੋਣਗੇ, ਹਨਾ। ਅੱਜ ਇਸ ਗੀਤ ਨੇ ਲੋਕਾਂ ਦੀ ਜਾਗਰਤੀ ਪੈਦਾ ਕੀਤੀ ਹੈ। ਕੋਈ ਮੈਂ ਕਹਿੰਦਾ ਕੋਈ ਮੁੱਕਰਨ ਵਾਲੀ ਗੱਲ ਹੀ ਨਹੀਂ ਹੈਗੀ। ਹਵਾਏ ਫਿਲਮ ਆਈ, ਵੀਰ ਜੀ ਕਹਿ ਕੇ ਗਏ, ਉਸ ਵਕਤ ਦੀ ਜਨਰੇਸ਼ਨ ਨੇ ਉਹ ਫਿਲਮ ਵੇਖੀ। ਹਾਂਜੀ, ਅੱਜ ਰਣਜੀਤ ਬਾਵੇ ਨੇ ਫਿਲਮ ਬਣਾਈ ਸੀਗੀ, ਬੜੀ ਮੁਸ਼ਕਿਲ ਨਾਲ ਰਿਲੀਜ਼ ਹੋਈ, ਉਹ ਵੇਖੀ। ਰਾਜ ਕਾਕੜੇ ਨੇ ਖੁੱਲ ਕੇ ਗਾਇਆ, ਉਹ ਬੜਾ ਸੋਹਣਾ ਉਹਨੇ ਆਪਣੇ ਤਰੀਕੇ ਨਾਲ ਗਾਇਆ। ਆਪਾਂ ਪ੍ਰਮੋਟ ਵੀ ਕਰਦੇ ਰਹੇ, ਆਪਾਂ ਸਲਾਹਿਆ ਵੀ, ਹਨਾ। ਇੱਕ ਫਿਲਮ ਦੂਜਾ ਮੁੰਡਾ ਆਇਆ ਸੀਗਾ ਬਾਅਦ ਦੇ ਵਿੱਚ, ਉਹ ਹੋਰ ਹੀ ਕੁਝ ਨਿਕਲਿਆ ਸੀ, ਉਹ ਫਿਲਮ ਉਹਨੇ ਵੀ ਬਣਾਈ। ਦਲਜੀਤ ਨੇ ਵੀ ਤਾਂ ਬਹੁਤ ਕੁਝ ਬਣਾਇਆ, ਫਿਲਮਾਂ ਵੀ ਬਣਾਈ ਆ ਉਹਨੇ, ਕਿਆ ਕਹਿੰਦੇ ਗਾਣੇ ਵੀ ਗਾਏ ਆ। ਐਨ ਮੌਕੇ ਉਹਦੀ, ਅੱਜ ਮੈਂ ਕਹਾਂ ਨਾ, ਇੱਕ ਮੈਂ ਗੌੜੀ ਗੱਲ ਕਹਿ ਦਿੰਦਾ, ਅੱਜ ਉਹਦੀ ਮੌਤ ਦੇ ਮੌਕੇ ਦੇ ਉੱਤੇ ਇਹ ਰਿਲੀਜ਼ ਕੀਤਾ ਗਿਆ ਗੀਤ ਇੱਕ ਲਾਹਾ ਲੈਣ ਵਾਸਤੇ। ਵੀਰ ਜੀ ਹੋਰ ਮੈਂ ਤੁਹਾਨੂੰ ਦੱਸਦਾ ਕਿ ਇਹ ਫੈਨ ਆ ਜਿਹੜੇ ਇੱਕ ਨਾ ਮਤਲਬ ਕਿ ਬਹਾਨੇ ਲੱਭਦੇ ਪਏ ਆ ਕਿ ਉਹਨੂੰ ਹੀਰੋ ਬਣਾਉਣ ਦੇ। ਮੈਨੂੰ ਲੱਗਦਾ ਕਈ ਵਾਰ ਕਿ ਬਾਕੀ ਸਾਰੀਆਂ ਚੀਜ਼ਾਂ ਤੇ ਮਿੱਟੀ ਪਾ ਦਿਓ ਬਈ, ਕਿਸੇ ਨਾ ਕਿਸੇ ਪਾਸੇ ਸਾਨੂੰ ਉਹਨੂੰ ਕਿਆ ਕਹਿੰਦੇ ਆ ਹੀਰੋ ਸਾਬਤ ਕਰਨ ਦਾ ਤੇ ਸ਼ਹੀਦ ਸਾਬਤ ਕਰਨ ਦਾ ਮੌਕਾ ਮਿਲ ਜਾਵੇ। ਚਲੋ ਐਨੀਵੇ, ਥੈਂਕ ਯੂ ਪੱਟੀ ਸਾਹਿਬ। ਠੀਕ ਹੈ ਜੀ, ਠੀਕ ਹੈ। ਮੈਂ ਤਾਂ ਇੱਕ ਗੱਲ ਤੋਂ ਮਗਾੜਤੀ ਸੀ ਵੀ ਇਹ ਗਾਣਾ ਤੋਂ ਜੋ ਮਰਜ਼ੀ ਤੇ ਸੰਵਾਦ ਹੋਣਾ ਚਾਹੀਦਾ, ਬੁੱਧੀਜੀਵੀਆਂ ਦੇ ਵਿਚਾਰ ਹੋਣੇ ਚਾਹੀਦੇ। ਕੁਝ ਲੋਕ ਕੱਖ ਚ ਉਹ ਖੱਕ ਚ ਬੋਲੀ ਜਾਂਦੇ, ਕੋਈ ਖਿਲਾਫ ਬੋਲੀ ਜਾਂਦੇ। ਮੈਂ ਕਹਿੰਦਾ ਕੱਲ ਨੂੰ ਬੁੱਧੀਜੀਵੀ ਸਵਾਲ ਠਾਉਣਗੇ ਸਾਡਾ ਇਸ ਮੰਚ ਦੇ ਰਾਹੀਂ। ਬੜੀ ਗੱਲ ਫੈਲਦੀ, ਮੈਂ ਵੇਖਦਾ ਨਾ ਅਗਲੇ ਦਿਨ WhatsApp ਕਾਪੀ ਬਾਂਹ ਦੇ ਕਿਸੇ ਨੇ ਅਜੇ ਤੱਕ ਕਿਸੇ ਨੇ ਅਜੇ ਤੱਕ ਬਾਂਹ ਦੇਣ ਵਾਲੇ ਮੁੱਦੇ ਤੇ ਪੁੱਛਿਆ ਕਿ ਕੱਲ ਨੂੰ ਸਾਡੀ ਇੱਕ ਬੱਚੀ ਪੁੱਛਦੀ ਆ ਕਿ ਬਾਪੂ ਵਾਟ ਇਜ਼ ਦੈਟ ਮੀਨ। ਬਾਕੀ ਤੇ ਇੰਗਲਿਸ਼ ਦੇ ਲਫ਼ਜ਼ ਵਰਤਦਾ ਸੀ ਸਾਰੇ। ਉਹ ਆਜ਼ਾਦੀ ਦੀ ਗੱਲ ਕਰਤੀ ਹੈ, ਸੋਵਰਨਿਟੀ ਦੀ ਗੱਲ ਕਰਤੀ ਉਹਨੇ ਇੰਗਲਿਸ਼ ਦੇ ਵਿੱਚ। ਚੰਗਾ ਤੇ ਹੁੰਦਾ ਨਾ, ਉਹ ਵੀ ਚੁਭਦੀ ਹੈ ਸੋਵਰਨਿਟੀ ਦੀ ਗੱਲ ਜਿਹੜੀ। ਨਹੀਂ ਚਲੋ ਠੀਕ ਆ, ਜਿੱਦਾਂ ਵੀ ਕਰ ਗਿਆ, ਪਰ ਬਾਂਹ ਦੇਣ ਵਾਲੇ ਵੀ ਇੰਗਲਿਸ਼ ਦਾ ਲਫ਼ਜ਼ ਵਰਤਦਾ। ਹੁਣ ਤੁਹਾਡੀ ਕੁੜੀ ਜਾਂ ਮੇਰੀ ਕੁੜੀ ਜਾਂ ਮੇਰੀ ਬੱਚੀ ਜਾਂ ਧੀ ਭੈਣ ਸਾਡੇ ਸਰੋਤੇ ਦਰਸ਼ਕਾਂ ਦੀ ਪੁੱਛੇ ਕਿ ਬਾਂਹ ਦੇਣ ਦਾ ਮਤਲਬ ਕੀ ਆ, ਹਾਊ ਯੂ ਕੈਨ ਐਕਸਪਲੇਨ। ਗੁਰਦਾਸ ਮਾਨ ਵਾਲੀ ਗੱਲ ਆ ਗਈ ਨਾ, ਪੱਟੀ ਵਾਲੀ, ਉਹੀ ਲੈ ਲਾ ਵੱਟੀ ਵੱਟ ਕੇ। ਜੀ ਹਾਂ ਚਲੋ, ਨਰਿੰਦਰ ਮੋਦੀ ਸਾਹਿਬ ਨੂੰ ਗੁਜਰਾਤ ਮੁਸਲਮਾਨ ਕਤਲੇਆਮ ਵਿੱਚ ਸੁਪਰੀਮ ਕੋਰਟ ਨੇ ਕਲੀਨ ਚਿੱਟ ਦਿੱਤੀ ਆ। ਆਓ ਯੂ ਟਰਨ ਮਾਰੀ ਸਿੱਧਾ ਹੀ। ਦੇਖੋ ਉਹ ਤਾਂ ਦੇਣੀ ਸੀ ਜੀ। ਸੁਪਰੀਮ ਕੋਰਟ ਕੀਤੀ ਹੈ, ਜੱਜ ਕੀ ਰਿਹਾ। ਜ਼ਕਰੀਆ ਜਾਫਰੀ ਨੂੰ ਨਾ ਸੁਪਰੀਮ ਕੋਰਟ ਨੇ ਤੇ ਨਾ ਹਾਈ ਕੋਰਟ ਨੇ ਇਨਸਾਫ ਦਿੱਤਾ, ਜਿਹਦੇ ਘਰ ਵਾਲੀ ਇੱਕ ਸੰਸਦ ਮੈਂਬਰ ਕਾਂਗਰਸ ਦਾ ਇਹਸਾਨ ਜਾਫਰੀ ਨੂੰ ਗੁਲਬਦ ਸੈਡੀ ਚ ਘਰੋਂ ਕੱਢ ਕੇ ਕਤਲ ਕੀਤਾ। ਕਿ ਤੂੰ ਮੁਸਲਮਾਨ ਕਿਉਂ ਆ? ਮੈਂ ਸੋਚਦਾ ਕਾਂਗਰਸ ਨੂੰ ਚਾਹੀਦਾ ਇਸ ਮੁੱਦੇ ਨੂੰ ਬੜੀ ਮੁਸਤੈਦੀ ਨਾਲ ਠੋਲੇ, ਲੇਕਿਨ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ, ਉਹਦਾ ਪਰਿਵਾਰ ਲੜਦਾ ਰਿਹਾ। 2017 ਦੇ ਵਿੱਚ ਬਕਾਇਦਾ ਤੌਰ ਤੇ ਗੁਜਰਾਤ ਹਾਈ ਕੋਰਟ ਨੇ ਕਹਿਤਾ ਕਲੋਜ਼ਰ ਕੋਰਟ ਦੇ 30 ਕੇਸ ਕੁਛ ਨਹੀਂ ਹੈਗਾ, ਬਿਲਕੁਲ ਬੰਦ ਕਰ ਦਿੱਤਾ। ਉਹੀ ਪਟੀਸ਼ਨ ਲੈ ਕੇ ਜ਼ਕਰੀਆ ਜਾਫਰੀ, ਸਾਦ ਜਾਫਰੀ ਦੀ ਪਤਨੀ ਜਿਹੜੀ ਸੀ, ਉਹ ਸੁਪਰੀਮ ਕੋਰਟ ਚਲ ਜਾਏਗੀ ਤੇ ਸੁਪਰੀਮ ਕੋਰਟ ਨੇ ਵੀ ਕਹਿਤਾ ਕੰਟੀਨਿਊ ਜੀ ਮੋਦੀ ਦਾ ਕਸੂਰ ਹੀ ਕੋਈ, ਉਹਦੀ ਪਟੀਸ਼ਨ ਖਾਰਜ ਕਰਤੀ। ਪਟੀਸ਼ਨ ਇਹ ਸੀ ਕਿ ਰਾਜ ਮੋਦੀ ਦਾ ਸੀ, ਰਾਜ ਦੇ ਉਸ ਰਾਜ ਦੇ ਵਿੱਚ ਮੁੱਖ ਮੰਤਰੀ ਦੇ ਕਹਿਣ ਤੇ ਸਭ ਕੁਛ ਹੈ। ਉਹਨੇ ਉਹ ਸ਼ਬਦ ਵੀ ਨਾਲ ਲਾਏ ਜਿਹੜੇ ਬਕਾਇਦਾ ਤੌਰ ਤੇ ਅਟਲ ਬਿਹਾਰੀ ਵਾਜਪਾਈ ਨੇ ਕਿਹਾ, ਰਾਜ ਧਰਮ ਵੀ ਨਿਭਾਉਣਾ ਸਿੱਖੋ। ਉਹ ਸਪਸ਼ਟ ਸੀ ਵੀ ਜੋ ਕਰਾ ਤੂੰ ਕਰਾ। ਜਿਹੜੀ ਕੁਰਸੀ ਨੂੰ ਕੋਕੇ ਅਡਵਾਨੀ ਨੇ ਜੜੇ ਸੀਗੇ, ਜੇ ਕਿਤੇ ਅਡਵਾਨੀ ਉਦੋਂ ਮੋਦੀ ਦੇ ਹੱਕ 'ਚ ਨਾ ਖੜਦਾ ਤੇ ਮੋਦੀ ਅੱਜ ਪ੍ਰਧਾਨ ਮੰਤਰੀ ਦਾ ਹੁੰਦਾ। ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ। ਅਡਵਾਨੀ ਉਹਦੇ ਹੱਕ 'ਚ ਖੜ ਗਿਆ, ਚਲੋ ਠੀਕ, ਜਾਣ ਦਿਓ ਜੀ,
ਇਮੀਡੀਏਟਲੀ ਕਿਹਾ ਸੀ ਅਡਵਾਨੀ ਨੇ ਬਦਲ ਦਿਓ, ਮੁੱਖ ਮੰਤਰੀ ਨੇ ਇਹਦੇ ਕਾਬਲ ਨਹੀਂ ਮੁੱਖ ਮੰਤਰੀ। ਅਡਵਾਨੀ ਉਹਦੇ ਹੱਕ 'ਚ ਖੜ ਗਿਆ ਤੇ ਜਦੋਂ ਉਹਨੇ ਪ੍ਰਧਾਨ ਮੰਤਰੀ ਨੂੰ ਕੋਕੇ ਕਾਕੇ ਲਾ ਕੇ ਬਕਾਇਦਾ ਖੜੀ ਕਰਤੀ ਤੇ ਆਖਰੀ ਬਾਈ ਲਾਉਣ ਵਾਲੀ ਹੈਗੀ ਸੀਗੀ ਤੇ ਮੋਦੀ ਸਾਹਿਬ ਆ ਕੇ ਬੈਠ ਕੁਰਸੀ ਤੇ ਅੱਜ ਉਹ ਦਰਸ਼ਕ ਮੰਡਲ 'ਚ ਬੈਠੇ, ਪੁੱਛਦਾ ਕੋਈ ਨਹੀਂ ਉਹਨਾਂ, ਇਸ ਕਰਕੇ ਉਹ ਵੀ ਨਾਲ ਲਾਈ। ਲੇਕਿਨ ਫਿਰ ਵੀ ਸੁਪਰੀਮ ਕੋਰਟ ਨੇ ਕਹਿਤਾ ਨਹੀਂ ਜੀ ਮੋਦੀ ਸਾਹਿਬ ਦਾ ਕੋਈ ਕਸੂਰ ਨਹੀਂ ਹੈ ਤੇ ਜਿਹੜੇ ਲੋਕ ਪੱਧਰੀ ਸੀ ਉਹਨਾਂ ਨੇ ਕੁਛ ਕੀਤਾ, ਉਹਨੇ ਕੀਤਾ ਹੀ ਕੁਛ ਨਹੀਂ। ਚਲੋ ਜ਼ਿੰਮੇਵਾਰੀ ਬਣਦੀ ਸੀ ਮੁੱਖ ਮੰਤਰੀ ਹੋਣੇ ਨਾਤੇ ਸਟੇਟ ਦੀ। ਅੱਜ ਪੰਜਾਬ 'ਚ ਕੀ ਹੋ ਰਿਹਾ, 158 ਕਦਮ ਹੋ ਚੁੱਕੇ ਹੁਣ ਤੱਕ। ਤੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡੀਆਂ ਤਾਂ 100 ਸਾਲ 100 ਦਿਨ ਪ੍ਰਾਪਤੀਆਂ ਬੜੀਆਂ ਹੋਣੀਆਂ ਚਾਹੀਦੀਆਂ, ਚੰਗੇ ਕੰਮ ਕੀਤੇ ਤੁਸੀਂ, ਵਾਕਿਆ ਕਰਨੇ ਚਾਹੀਦੇ ਤੁਹਾਨੂੰ। ਲੇਕਿਨ ਜਿਹੜੀ ਸੁਪਰੀਮ ਕੋਰਟ ਨੇ ਇਹ ਕੀਤੀ, ਹੁਣ ਉਹ ਬੀਬੀ ਜੱਤੀਆ ਜਾਫਰੀ ਕਿੱਥੇ ਜਾਵੇ? ਉਹਦੇ ਕੋਲ ਕੋਈ ਯੂਐਨਓ ਅਦਾਲਤ ਰਹਿ ਗਈ ਆ, ਹੋਰ ਕੋਈ ਨਹੀਂ ਰਹਿ ਗਈ, ਬਾਕੀ ਕਿੱਥੇ ਜਾਵੇ? ਸੁਪਰੀਮ ਕੋਰਟ ਨੇ ਕਿਹਾ ਤੇ ਇਹੀ ਹਾਲ ਉਦੋਂ ਹੋਇਆ ਸੀ ਜਦੋਂ ਇੰਦਰਾ ਗਾਂਧੀ ਨੂੰ ਇਲਾਹਾਬਾਦ ਹਾਈ ਕੋਰਟ ਨੇ ਦਿੱਤਾ ਸੀ ਵੀ ਚੋਰੀ ਜਿਹੜੀ ਕੈਂਡੀਡੇਟਸ ਉਹਨਾਂ ਰੱਦ ਕੀਤੀ ਸੀ, ਸੁਪਰੀਮ ਕੋਰਟ ਨੇ ਹੱਕ 'ਚ ਦੇ ਦਿੱਤੀ, ਐਮਰਜੈਂਸੀ ਲਾਤੀ, ਫਿਰ ਲੋਕਾਂ ਨੇ ਵਿਰੋਧ ਕੀਤਾ। ਅੱਜ ਸਾਡੇ ਕੋਲੇ ਵਿਰੋਧ ਕਰਨ ਦੀ ਸ਼ਕਤੀ ਚਾਹਨਾ ਸਭ ਬਿਲਕੁਲ ਖਤਮ ਹੋ ਚੁੱਕੀ ਹੈ। ਜੋ ਮਰਜ਼ੀ ਸਰਕਾਰ ਨੂੰ ਪੁੱਛਣ ਵਾਲਾ ਕੋਈ ਜੀ। ਭੱਟ ਸਾਹਿਬ ਇਸ ਕਰਕੇ ਜ਼ਕਰੀਆ ਜਾਫਰੀ ਨੂੰ ਇਨਸਾਫ ਨਹੀਂ ਮਿਲਣਾ, ਉਹ 'ਚ ਦੋਸ਼ੀ ਹੈਗੇ ਸੀ, ਦੋਸ਼ੀਆਂ ਨੂੰ ਅੱਜ ਸੁਪਰੀਮ ਕੋਰਟ ਨੇ ਬਚਾਇਆ। ਭੱਟ ਸਾਹਿਬ 2 ਸਵਾਲਾਂ ਦੇ ਜਵਾਬ ਲੈਣੇ ਨੇ ਸਾਡੇ, ਆਪਾਂ ਇਸ ਵਕਤ YouTube Facebook ਤੇ IPTV ਬਾਕਸ ਦੇ ਨਾਲ ਜੁੜੇ ਹੋਏ ਜਾਂ ਆਪਣੇ ਐਪਸ ਜਿਹੜੇ ਨੇ ਉਹ ਕਵਰ ਕਰ ਰਹੇ ਨੇ। ਰੇਡੀਓ ਤੋਂ ਸਾਨੂੰ 10 ਮਿੰਟ ਹੋ ਗਏ, ਅਸੀਂ ਆਫ ਹੋ ਚੁੱਕੇ ਹਾਂ, ਪਰ ਕਾਲਸ ਆ ਰਹੀਆਂ ਨੇ, ਜੇ ਸੁਣ ਰਹੇ ਹੋ ਭਈ ਕਾਲ ਜ਼ਰੂਰ ਕਰ ਲਿਓ। 2 ਸਵਾਲ ਨੇ। ਕੱਲ ਮੈਂ ਇੱਕ ਕੁਐਸਚਨ ਕਰਨਾ ਸੀਗਾ ਤੇ ਸ਼ਾਇਦ ਉਹ ਆਪਣਾ ਰਹਿ ਗਿਆ। ਇੱਕ ਤਾਂ ਜੰਡਿਆਲਾ ਗੁਰੂ ਆ ਅੰਮ੍ਰਿਤਸਰ ਦੇ ਬਿਲਕੁਲ ਲਾਗੇ, ਹਾਂਜੀ, ਅੰਮ੍ਰਿਤਸਰ ਨੌਜਵਾਨ ਦੀ ਜਿਹੜੀ ਆ ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਨਾਲ ਜੁੱਤੀ ਵਿੱਚ ਪਾਣੀ ਵੀ ਪਿਲਾਇਆ। ਇੱਕ ਨਾ ਆਮ ਆਦਮੀ ਪਾਰਟੀ ਦੀ ਦਸਤਾਰ ਲੈ ਗਈ ਸੀਗੀ ਇੱਕ ਵੇਲੇ ਤੇ ਸਾਡੇ ਜਹੇਦਾਰ ਸਾਹਿਬ ਨੂੰ ਬੜਾ ਦੁੱਖ ਲੱਗਾ ਸੀ। ਆਹ ਖਬਰ ਜਹੇਦਾਰ ਸਾਹਿਬ ਤੱਕ ਪਹੁੰਚੀ ਆ। ਉਹ ਖਬਰ ਪਤਾ ਨਹੀਂ, ਜਹੇਦਾਰ ਸਾਹਿਬ ਇਹ ਕਹਿੰਦੇ ਹੁੰਦੇ ਆ ਕਿ ਸਾਡੀ ਸੁਪਰੀਮ ਕੋਰਟ ਆ, ਸੁਪਰੀਮ ਕੋਰਟ 'ਚ ਕੋਈ ਕੇਸ ਲੈ ਕੇ ਆਵੇ ਤੇ ਫਿਰ ਅਸੀਂ ਫਰਮਾਉਂਦੇ ਹੁੰਦੇ ਹਾਂ, ਫਰਮਦੇ ਹਾਂ। ਇੱਥੇ ਉਹ ਜਦ ਦਸਤਾਰ ਲੱਥੀ ਸੀ ਆਮ ਆਦਮੀ ਪਾਰਟੀ ਦੀ ਤੇ ਫਿਰ ਆਪੇ ਹੀ ਫਰਮ ਪਏ ਸੀ। ਮੈਂ ਚੁਟਕਲਾ ਵੀ ਸੁਣਾਇਆ ਜੋਗਾ ਸਿੰਘ ਜੀ। ਪਰ ਇਹ ਏਡਾ ਘਿਨਾਉਣਾ ਕੰਮ ਹੋਇਆ, ਅੰਮ੍ਰਿਤਧਾਰੀ ਨੌਜਵਾਨ, ਇੰਨੀ ਹਿੰਮਤ ਵੱਧ ਗਈ ਕਿਸੇ ਦੀ। ਕੀ ਕਹਿਣਾ ਚਾਹੋ? ਇਹਦੇ 2 ਪੱਖ ਨੇ। ਪਹਿਲਾ ਪੱਖ ਤੇ ਉਹ ਅੰਮ੍ਰਿਤਸਰ ਦਾ ਨੌਜਵਾਨ ਰਹਿਣ ਵਾਲਾ ਤੇ ਉਹ ਔਰਤ ਹੀ ਅੰਮ੍ਰਿਤਸਰ ਰਹਿੰਦਾ। ਅੱਛਾ। ਉਹ ਅੰਮ੍ਰਿਤਧਾਰੀ ਨੌਜਵਾਨ ਆ, ਉਹ ਕਹਿੰਦਾ ਵੀ ਇਸ ਬੀਬੀ ਨੇ ਮੇਰੇ ਕੋਲ 2.5 ਲੱਖ ਰੁਪਇਆ ਧਾਰਾ ਲਿਆ ਸੀ ਤੇ ਤੈਨੂੰ ਪੈਸੇ ਵਾਪਸ ਕਰ ਦੂ, ਮੈਨੂੰ ਫਲਾਣੀ ਲੋੜ ਹੈ। ਹੁਣ ਇਹਦੇ ਕੋਲੋਂ ਪੈਸੇ ਮੰਗਦਾ, ਮੇਰੇ ਪੈਸੇ ਵਾਪਸ ਨਹੀਂ ਕਰਦੇ। ਉਹ ਕਹਿੰਦਾ ਵੀ ਮੈਨੂੰ ਆਪ ਬੁਲਾਇਆ ਇਹਨਾਂ ਨੇ ਵੀ ਭਾਈ ਤੇਰੇ ਪੈਸੇ ਦੇਣੇ ਆ ਤੇ ਤੂੰ ਸਾਡੇ ਕੋਲ ਆ, ਤੈਨੂੰ ਅਸੀਂ ਪੈਸੇ ਦੇ। ਉਹਨੂੰ ਕਾਰ ਤੇ ਬਿਠਾਇਆ, ਅੰਮ੍ਰਿਤਸਰ ਤੋਂ ਬਕਾਇਦਾ ਤੌਰ ਤੇ ਜੰਡਿਆਲਾ ਗੁਰੂ ਲੈ ਕੇ ਤੇ ਉੱਥੇ ਇੱਕ ਕਮਰੇ 'ਚ ਬੰਦ ਕਰਕੇ ਉਹਦੀ ਕੁੱਟਮਾਰ ਕੀਤੀ ਕਿ ਤੂੰ ਪੈਸੇ ਦੇਣ ਲੱਗੀ। ਉਹ ਕਹਿੰਦਾ ਮੇਰੀ ਪੱਗ ਵੀ ਖਿਲਾਰੀ ਗਈ, ਮੇਰੀ ਕੁੱਟਮਾਰ ਵੀ ਕੀਤੀ ਗਈ ਤੇ ਮੈਨੂੰ ਜੁੱਤੀ 'ਚ ਪਾਣੀ ਵੀ ਪਿਆ। ਫੋਟੋ ਵੀ ਤੁਹਾਡੇ ਸਾਹਮਣੇ ਵਾਇਰਲ ਹੋਈ, ਵੇਖੀ ਫੋਟੋ ਆਈ। ਹਾਂਜੀ। ਹੁਣ ਜੇ ਉਹ ਜੁੱਤੀ 'ਚ ਪਾਣੀ ਪਿਆ ਤੇ ਉਹਦੀ ਕੁੱਟਮਾਰ ਕੀਤੀ ਗਈ, ਭਾਵੇਂ ਮਾਮਲਾ ਕੋਈ ਵੀ ਹੋਵੇ, ਪੁਲਿਸ ਨੂੰ ਚਾਹੀਦਾ ਸੀ ਇਮੀਡੀਏਟਲੀ ਪਰਚਾ ਦਰਜ ਕਰ। ਤੇ ਸਾਡੇ ਰਾਮਬਾਗ ਦੇ ਥਾਣੇਦਾਰ ਸਾਹਿਬ ਕਹਿੰਦੇ ਆ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਇਹਦੇ ਵਿੱਚ। ਹੁਣ ਬੀਬੀ ਕੀ ਦੋਸ਼ ਲਾਉਂਦੀ ਹੈ? ਬੀਬੀ ਇਹ ਦੋਸ਼ ਲਾਉਂਦੀ ਆ ਵੀ ਇਹ ਵਿਅਕਤੀ ਮੇਰੀ ਕੁੜੀ ਕਾਲਜ ਜਾਂ ਸਕੂਲ 'ਚ ਪੜ੍ਹਦੀ ਸੀ, ਉਹਨੂੰ ਪਰੇਸ਼ਾਨ ਕਰਦਾ ਸੀ, ਉਹਦੇ ਪਿੱਛੇ ਜਾਂਦਾ ਸੀ, ਮੈਂ ਇਹਦੇ ਕੋਈ ਪੈਸੇ ਕੁਛ ਨਹੀਂ ਦੇਣੇ। ਬਸ ਉਹ ਸਵਾਲ ਤੇ ਪੈਦਾ ਹੁੰਦਾ, ਬੀਬੀ ਜੇ ਉਹਨੂੰ ਤੇਰੀ ਕੁੜੀ ਨੂੰ ਪਰੇਸ਼ਾਨ ਕਰਦਾ ਫਿਰ ਪੁਲਿਸ ਕਾਹਦੇ ਵਾਸਤੇ ਦੇਖੀ? ਤੂੰ ਪੁਲਿਸ ਕੋ ਜਾਣੀ ਹੋ ਤੇ ਉਹ ਵੀ ਜੇ ਉਹਨੇ ਪੈਸੇ ਲੈਣਾ ਕੋਈ ਰਿਪੋਰਟ ਲਿਖਾਈ ਹੈ ਜੀ? ਜੇ ਉਹਨੇ ਪੈਸੇ ਦਿੱਤੇ ਆ, ਕਿਸੇ ਦੇ ਸਾਹਮਣੇ ਦਿੱਤੇ ਆ ਜਾਂ ਰਿਪੋਰਟ ਲਿਖਾਈ ਆ ਜਾਂ ਉਸ ਵਕਤ ਹੈਲਪ ਕੀਤੀ ਆ, ਕਿਹੜੀ ਗੱਲੋਂ ਹੈਲਪ ਕੀਤੀ ਆ, ਕਿਉਂ ਉਹਨੇ ਧਾਰੇ ਲਏ ਨੇ, ਕੱਲਾ ਲੈ ਕੇ ਗਏ 100 ਸਮਥਿੰਗ। ਮਤਲਬ ਜੇ ਉਹ ਇਹ ਐਲੀਗੇਸ਼ਨ ਆਉਂਦੀ ਹੈ ਤਾਂ ਫਿਰ ਆਖਰੀ ਹਥਿਆਰ ਵਰਤ ਲਿਆ ਨਾ ਅਗਲਿਆਂ ਨੇ, ਆਖਰੀ ਹਥਿਆਰ ਵਰਤ। ਅੱਛਾ।
ਕੱਲ ਸਵਾਲ ਸੀਗਾ ਗ੍ਰੰਥੀਆ ਅਮਰਜੀਤ ਸਿੰਘ ਨਿਯੁਕਤੀਆਂ ਨੂੰ ਲੈ ਕੇ ਵਿਵਾਦਾਂ ਵਿੱਚ ਰਹਿਣ ਵਾਲੇ ਨੇ। ਜੱਬਲੀਆਂ ਤੇ ਵੈਸੇ ਕੌਮ ਦੇ ਵਿੱਚ ਬੜੀਆਂ ਮਾਰਨ ਵਾਲੇ ਹੈਗੇ ਨੇ, ਬੜੇ ਬੜੇ ਵੱਡੇ ਉੱਚੇ ਅਹੁਦਿਆਂ ਤੇ ਪਹੁੰਚ ਜਾਂਦੇ ਨੇ, ਬੜਾ ਚਰਚਾ ਕਰਦੇ ਨੇ ਵੀ ਅਸੀਂ ਇੰਨੇ ਲੱਖ ਨੂੰ ਅਮਰ ਛਕਾਤਾ। ਮਾਲਵੇ ਦੁਆਬੇ 'ਚ ਆ ਕੇ ਵੇਖੋ ਬੱਲੇ ਬੱਲੇ, ਜਦੋਂ ਮਾਲਵੇ ਦੁਆਬੇ 'ਚ ਜਾਈਦਾ ਅੰਮ੍ਰਿਤਧਾਰੀ ਤਾਂ ਕੀ ਉੱਥੇ ਛਾਨਣੀ ਲੈ ਕੇ ਲੱਭਣਾ ਪੈਂਦਾ ਵੀ ਆ ਜਾਓ ਵੀ ਲੱਭੀਏ। ਦੁਆਬੇ ਦੇ ਵਿੱਚ ਵੀ, ਮਾਝੇ ਦੇ ਵਿੱਚ ਵੀ, ਸਾਡੇ ਵੀ ਬੜੇ ਲੱਗੇ ਨੇ ਅੰਮ੍ਰਿਤਧਾਰੀ ਵੀ, ਬੜੇ ਅਮਰ ਛਕਾਤਾ। ਮੈਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ ਜਿੰਨੇ ਅੰਮ੍ਰਿਤਧਾਰੀ ਵੱਖ-ਵੱਖ ਸੰਸਥਾਵਾਂ ਨੇ ਬਣਾਏ ਨੇ ਉਹਨਾਂ ਦੀ ਗਿਣਤੀ ਕਰ ਲਈਏ ਤੇ ਜਿੰਨੇ ਪੰਜਾਬ ਵਾਸੀ ਨਹੀਂ ਉਹਨੂੰ ਜ਼ਿਆਦਾ ਨਿਕਲਣਗੇ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਜਾ ਕੇ ਰਿਕਾਰਡ ਕੱਢ ਲਓ ਪਿਛਲੇ 30-40 ਸਾਲ ਦੇ, ਉਹਦੇ ਮੁਤਾਬਕ 20 ਕਰੋੜ ਰੁਪਏ ਨੂੰ 20 ਕਰੋੜ ਬੰਦਿਆਂ ਨੂੰ ਮੁਸ਼ਕਾਤਾ। ਅੱਛਾ 20 ਕਰੋੜ ਤੇ ਆਬਾਦੀ ਸਾਡੀ 2 ਕਰੋੜ। ਚਲੋ ਕਾਰਨ ਕੀ ਉਹਦਾ? ਗਿਆਨੀ ਜਸਵੰਤ ਸਿੰਘ ਹੋਰੀ ਕਹਿੰਦੇ ਹੁੰਦੇ ਆ ਵੀ ਭਾਈ ਪਹਿਲਾਂ ਅਗਰ ਨੂੰ ਪ੍ਰਤੀਕ ਕਰੋ, ਉਹਨੂੰ ਪ੍ਰਤੱਖ ਕਰੋ ਕਿ ਵਾਕਈ ਇਹ ਅੰਮ੍ਰਿਤ ਨਿਭਾਉਣ ਦੇ ਯੋਗ ਬਣ ਸਕਦਾ ਕਿ ਨਹੀਂ ਬਣ। ਉਹਨੂੰ ਛਕਾਓ ਜਿਹੜਾ ਪ੍ਰਪੱਕ ਹੋ ਜਾਂਦਾ। ਤੁਸੀਂ ਅਮਰ ਛਕਾ ਦਿੰਦੇ ਹੋ, ਉਹ 4 ਦਿਨ ਯਾਤਰਾ ਕੋਈ ਪਾ ਕੇ ਘੁੰਮਦਾ ਤੇ 5 ਦਿਨ ਸ਼ਰਾਬ ਪੀ ਕੇ ਮੁੜ ਕੇ ਉਹ ਉਸੇ ਦੀ ਬੇਇੱਜ਼ਤੀ ਕਰ। ਇਹ ਗੱਲ ਠੀਕ ਹੋਣਾ ਜੀ। ਜਿਹੜੀ ਇਸ ਕਰਕੇ ਜਿਹੜੀ ਗਿਆਨੀ ਅਮਰਜੀਤ ਸਿੰਘ ਦੀ ਗੱਲ ਤੁਸੀਂ ਕੀਤੀ ਆ, ਅਮਰਜੀਤ ਸਿੰਘ ਦੀ ਉਮਰ 32 ਸਾਲ ਸੀ ਜਦੋਂ ਉਹਨਾਂ ਨੂੰ ਗ੍ਰੰਥੀ ਦਰਬਾਰ ਸਾਹਿਬ ਚਲਾਇਆ ਗਿਆ। ਨਿਯਮਾਂ ਦੇ ਐਕਟ ਦੇ ਸਾਡੇ ਬਿਲਕੁਲ ਵਿਪਰੀਤ। ਬਟ ਸਾਹਿਬ ਸੌਰੀ ਇੱਕ ਕਮੈਂਟ ਕਰਨਾ, ਮਤਲਬ 2 ਕਰੋੜ ਆਬਾਦੀ ਆ, 20 ਕਰੋੜ ਨੇ ਅੰਮ੍ਰਿਤ ਛਕ ਲਿਆ ਹੁਣ ਤੱਕ, ਤੇ ਇਹਦਾ ਮਤਲਬ ਉਹ ਰਿਪੀਟ ਮੋਡ ਤੇ ਲੱਗੇ ਹੋਏ ਆ ਵੀ ਗਲਤੀ ਕਰ ਲਈ ਆ, ਚਲੋ ਫੇਰ ਜਾ ਕੇ ਬਖਸ਼ਾ ਲੈਣੇ ਆ। ਜਿਵੇਂ ਇੱਕ ਮੈਂ ਪੋਸਟ ਪੜ੍ਹਿਆ ਸੀ ਸਿੱਧੂ ਮੂਸੇਵਾਲ ਦੇ SYL ਵਾਲੇ ਮੁੱਦੇ ਦੇ ਉੱਤੇ, 2 ਪੜ੍ਹੀਆਂ ਮੈਂ, ਉਹਨੂੰ ਇੰਨਾ ਬਾਰ ਸੁਣੋ ਵੀ ਦੁਨੀਆ ਭਰ ਦੇ ਵਿੱਚ ਪਤਾ ਲੱਗ ਜੇ। ਇੱਕ ਲਿਖਦਾ ਕਿ ਮੈਂ ਯਾਰ ਜੋਧੇ ਦੀ ਰਿਪੀਟ ਮੋਡ ਤੇ ਲਾ ਕੇ 10 ਵਾਰੀ ਸੁਣ ਲਈ। ਇਹਦਾ ਮਤਲਬ ਇੱਕ ਬੰਦਾ 10 ਵਾਰ ਜੇ ਸੁਣਦਾ ਰਿਪੀਟ ਮੋਡ ਤੇ ਲਾ ਕੇ YouTube ਤੇ ਫਿਰ ਆ ਤੱਕ ਇਹ ਤਾਂ ਭਾਵੇਂ ਅਸੀਂ ਖਰਬਾਂ ਤੱਕ ਲੈ ਜੀ, ਇਹਦਾ ਗਿਣਤੀ ਤੇ ਉਨੀ ਰਹਿ ਗਈ ਨਾ। ਜੀ ਗਿਣਤੀ ਤੇ ਉਨੀ ਰਹਿ ਗਈ। ਚਲੋ ਤੁਸੀਂ ਕੰਟੀਨਿਊ ਕਰੋ ਜੀ। ਇਹਦਾ ਮਤਲਬ ਰਿਪੀਟ ਮੋਡ ਤੇ ਲੱਗੇ ਹੋਏ ਨੇ ਉਹਨਾਂ ਵਾਂਗੂ ਵੀ ਗਲਤੀ ਕਰ ਲਈ ਹੈ ਫੇਰ ਛਕ ਲਓ ਜਾ ਕੇ। ਹੁਣ ਜਿਹੜੀ ਗੱਲ ਅਸੀਂ ਅਮਰਜੀਤ ਰਾਦੀ ਕਰਦੇ ਆ, ਇਹ 32 ਸਾਲ ਦੀ ਉਮਰ 'ਚ ਗ੍ਰੰਥੀ ਬਣੇ ਸੀ ਸਾਰੇ ਨਿਯਮਾਂ ਦੀ ਉਲੰਘਣਾ ਕਰਕੇ, ਕਿਉਂਕਿ ਇਹਨਾਂ ਦੇ ਫਾਦਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ। ਅੱਛਾ ਵੱਡੀ ਸਿਫਾਰਿਸ਼ ਸੀਗੀ। ਦਰਬਾਰ ਸਾਹਿਬ ਦੇ ਵਿੱਚ ਗ੍ਰੰਥੀ ਲੱਗਣ ਦੀ ਘੱਟੋ ਘੱਟ ਉਮਰ 45 ਸਾਲ ਆ। ਅੱਛਾ ਜੀ। 45 ਸਾਲ ਤੋਂ ਘੱਟ ਉਮਰ ਦਾ ਤੁਸੀਂ ਉੱਥੇ ਗ੍ਰੰਥੀ ਨਹੀਂ ਲਾ ਸਕਦੇ। ਜੇ ਗ੍ਰੰਥੀ ਨਹੀਂ ਲਾ ਸਕਦੇ ਫਿਰ ਗਿਆਨੀ ਅਮਰਜੀਤ ਸਿੰਘ ਨੂੰ ਗ੍ਰੰਥੀ ਕਿਹਨੇ ਲਾਇਆ? ਵੱਡੇ ਘਰ ਦੀ ਸਿਫਾਰਿਸ਼। ਸਬਜੈਕਟਿਵ ਵੀ ਮਤਾ ਪਾਸ ਕਰਤਾ ਵੀ 40 ਸਾਲ ਕਰ ਦਿਓ, 35 ਸਾਲ ਕਰ ਦਿਓ, ਲਾ ਦਿਓ 32 ਸਾਲ, ਕੋਈ ਗੱਲ ਨਹੀਂ, ਕੋਈ ਨਹੀਂ ਪੁੱਛਦਾ। ਵੱਡੇ ਘਰ ਦੀ ਭਾਈ ਉਹ ਲੰਬੀ ਸੋਚ, ਹਾਂ ਉਧਰ ਨੂੰ ਜਾਣਾ ਪੈਣਾ। ਲੇਕਿਨ ਜਿਹੜੇ ਇਹਨਾਂ ਦੇ ਫਾਦਰ ਸਨ ਉਹ ਕਿਤਾਬਾਂ ਵੀ ਲਿਖਦੇ ਸੀ, ਕਿਤਾਬਾਂ ਵੀ ਲਿਖੀਆਂ ਉਹਨਾਂ ਨੇ, ਲੇਕਿਨ ਇਹੋ ਜਿਹੀਆਂ ਜਬਲੀਆਂ ਨਹੀਂ ਸੀ ਮਾਰ। ਪਰ ਕੀ ਕਰੀਏ, ਬਹੁਤ ਸਾਰੀਆਂ ਕਿਤਾਬਾਂ ਇਹੋ ਜਿਹੀਆਂ ਲਿਖੀਆਂ ਗਈਆਂ ਨੇ। ਕਿਸੇ ਕਥਾ ਸਾਗਰ ਪੜ੍ਹ ਲਓ, ਉਹ ਗੁਰਬਾਣੀ ਦੀ ਵਿਆਖਿਆ ਜੇ ਨਾਲ ਲੈਣ, ਉਹਦੇ ਵਿੱਚ ਇਹੋ ਜਿਹੀਆਂ ਕਹਾਣੀਆਂ ਹੈਗੀਆਂ ਨੇ ਵਿੱਚ, ਜਿਨ੍ਹਾਂ ਨੂੰ ਇਹ ਬਕਾਇਦਾ ਤੌਰ ਤੇ ਸਾਡੀ ਗ੍ਰੰਥੀ ਜਿਹੜੀ ਪੇਸ਼ ਕਰਕੇ ਉਹ ਨਵਾਂ ਵਿਵਾਦ ਛੇੜ ਦਿੰਦੇ ਆ। ਭਾਈ ਗੁਰਬਾਣੀ ਚ ਰਹਿ ਕੇ ਗਿਆਨੀ ਮਾਨ ਸਿੰਘ ਨੂੰ ਕਿਉਂ ਬਦਲਿਆ ਗਿਆ? ਉਹਦੇ ਤੇ ਕਿਉਂ ਦੂਸ਼ਣ ਲਾਇਆ ਗਿਆ? ਕਿਉਂ ਕੱਢਿਆ ਗਿਆ ਉਹਨੂੰ? ਠੀਕ ਕਾਬਲ ਬੰਦਾ ਸੀਗਾ, ਕਿਉਂਕਿ ਉਹ ਗੁਰਬਾਣੀ ਤੋਂ ਬਾਹਰ ਕਦੀ ਵੀ ਨਹੀਂ ਜਾਂਦਾ। ਠੀਕ ਪੱਟੀ ਸਾਹਿਬ ਹੁਣ ਸਮਾਂ ਆ ਗਿਆ ਸੀਗਾ, ਇਹਨਾਂ ਨੂੰ ਪਤਾ ਸੀਗਾ ਵੀ ਜੇ ਉਹ ਇੱਥੇ ਰਹਿੰਦਾ ਤੇ ਉਹਦੇ ਸਾਹਮਣੇ ਕਿਸੇ ਹੋਰ ਦੀ ਪੇਸ਼ ਨਹੀਂ ਜਾਣੀ, ਉਹ ਦਾਅਵੇਦਾਰ ਸੀ ਹੈਡ ਗ੍ਰੰਥੀ ਬਣਦਾ। ਅੱਜ ਅਮਰਜੀਤ ਸਿੰਘ ਹੋਰੀ ਹੈਡ ਗ੍ਰੰਥੀ ਬਣਦੇ ਦਾਅਵੇਦਾਰ, ਕਿਉਂਕਿ ਇੱਕ ਬੜੇ ਵੱਡੇ ਅਦਾਰੇ ਨਾਲ ਸੰਬੰਧਿਤ ਸੀ। ਪੱਟੀ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਆਪਾਂ ਤੁਹਾਡੇ ਨਾਲ ਜੁੜੇ ਹੋਏ ਆ, ਇਸ ਮੰਚ ਨੂੰ ਚਲਾ ਰਹੇ ਆ। ਅਕਾਲ ਤਖਤ ਸਾਹਿਬ ਦੇ ਗਿਆਨੀ ਵਿਦਾਂਤੀ ਸਾਹਿਬ ਤੇ ਬੀਬੀ ਜਗੀਰ ਕੌਰ ਦੇ ਵੇਲੇ ਕਿਤਾਬ ਰਿਲੀਜ਼ ਹੋਈ ਸੀਗੀ 2
ਸਿੱਖ ਇਤਿਹਾਸ ਜੀ 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 ਗੁਰਪਲਾਸ ਪਾਤਸ਼ਾਹੀ 6ਵੀਂ ਹੈ ਨਾ। ਬਿਲਕੁਲ ਜੀ। ਤੇ ਆਪਾਂ ਕਿਹਾ ਸੀਗਾ ਬੀਬੀ ਜੀ ਨੂੰ ਇੰਟਰਵਿਊ ਵੀ ਕੀਤੀ ਸੀਗੀ ਕਿ ਤੁਸੀਂ ਉਹ ਕਿਤਾਬਾਂ ਸਾਰੀਆਂ ਵਾਪਸ ਲੈ ਲਈਆਂ ਜਿਹਦੇ ਵਿੱਚ ਜੋ ਗੁਰੂ ਸਾਹਿਬਾਨਾਂ ਬਾਰੇ ਜਾਂ ਇਤਿਹਾਸ ਬਾਰੇ ਲਿਖਿਆ, ਤੇ ਜਵਾਬ ਨਹੀਂ ਸੀ ਅਸੀਂ ਵਾਪਸ ਮੰਗਾ ਲਈਆਂ। ਮੈਂ ਕਿਹਾ ਅਗਲਿਆਂ ਨੂੰ ਇਤਿਹਾਸ ਨੂੰ ਸੁਣਾਉਣ ਵਾਸਤੇ ਇੱਕ ਹੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਉਦੋਂ ਬਾਅਦ ਛੁਪਾ ਕੇ ਅਗਲਿਆਂ ਨੇ ਵੰਡਣੀਆਂ ਨਾ ਵੰਡਣੀਆਂ। ਜੇ ਤੁਸੀਂ ਗੋਲਕ ਤੁਹਾਡੀ ਗੁਰੂ ਦੀ ਦਸਵੰਧ ਦੇ ਵਿੱਚੋਂ ਹਿੰਦੀ 'ਚ ਤੁਸੀਂ ਛੁਪਵਾਈਆਂ, ਪੰਜਾਬੀ 'ਚ ਤੁਸੀਂ ਛੁਪਵਾਈਆਂ ਨਹੀਂ, ਕਿੰਨੀ ਸ਼ਾਤਰ ਬੁੱਧੀ ਹੈ ਕਿ ਇੱਕ ਪੰਜਾਬੀ 'ਚ ਕੋਈ ਪੜ੍ਹ ਨਾ ਲਵੇ। ਸ਼ਾਤਰ ਉਸ ਵਕਤ ਵੀ ਮੈਂ ਕਿਹਾ ਸੀ, ਸ਼ਾਤਰ ਪੰਜਾਬੀ 'ਚ ਨਹੀਂ ਛੁਪਾਈਆਂ, ਹਿੰਦੀ 'ਚ ਛੁਪਾ ਕੇ ਸਾਡਾ ਇਤਿਹਾਸ ਦੂਜਿਆਂ ਨੂੰ ਵੰਡਿਆ ਗਿਆ। ਉਹ ਅਗਲਿਆਂ ਨੇ ਸਾਂਭ ਲਈਆਂ, ਤੁਸੀਂ ਕਹਿੰਦੇ ਵਾਪਸ ਮੰਗਾ ਲਈਆਂ। ਗਿਣਤੀ ਕਿੰਨੀ ਹੈ ਵਾਪਸ ਆਈਆਂ ਨਹੀਂ ਆਈਆਂ, ਉਹ ਅਗਲੇ ਐਗਜ਼ਾਮਪਲ ਦੇਣਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲਾਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਆਹ ਬੀਬੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸੀ, ਆਹ ਪੈਸੇ ਇੱਥੋਂ ਆਏ, ਉਹਨਾਂ ਨੇ ਆਪ ਇਹ ਲਿਟਰੇਚਰ ਅਗਲਿਆਂ ਨੇ ਸੰਭਾਲ ਕੇ ਰੱਖਿਆ ਹੋਣਾ, ਸਾਰਾ ਕੁਝ ਛਪਵਾਇਆ ਗਿਆ। ਆਹ ਪ੍ਰੂਫ ਆ। ਅਸੀਂ ਜੋ ਪੜ੍ਹ ਰਹੇ ਹਾਂ ਦੱਸ ਰਹੇ ਹਾਂ, ਉਹ ਅਸੀਂ ਕੋਈ ਗਲਤ ਨਹੀਂ ਕਰ ਰਹੇ। ਠੀਕ ਹੈ। ਜਿਹੜੇ ਤੁਸੀਂ ਲਿਟਰੇਚਰ ਦੀ ਗੱਲ ਕੀਤੀ ਹੈ ਕਿ ਜੇ ਇਹਨਾਂ ਨੇ ਉਹ ਲਿਟਰੇਚਰ ਪੜ੍ਹ ਕੇ ਸੁਣਾਇਆ ਗਿਆ ਨਹੀਂ, ਕੀ ਨਾਂ ਇਹਨਾਂ ਦਾ, ਤੇ ਗਿਆਨੀ ਅਮਰਜੀਤ ਸਿੰਘ। ਇਸੇ ਤਰ੍ਹਾਂ ਆਉਣ ਵਾਲਾ ਤੁਹਾਡੀ ਜਾਂ ਮੇਰੀ ਜ਼ਿੰਦਗੀ ਵਿੱਚ ਰੱਬ ਨਾ ਕਰੇ ਉਹ ਦਿਨ ਆਵੇ, ਇਹ ਉਸ ਕਿਤਾਬ ਦੇ ਹਵਾਲੇ ਦੇ ਵਿੱਚੋਂ ਵੀ ਹਵਾਲੇ ਦੇਣੇ ਸ਼ੁਰੂ ਨਾ ਕਰ ਦੇਣ ਕਿਤੇ। ਜੀ 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 ਠੀਕ ਹੈ। ਸਾਡੇ ਜਿੰਦੇ ਜੀ ਨਾ ਆਵੇ। ਕੋਈ ਦਿਨ ਦੂਰ ਵੀ ਨਹੀਂ ਵੀ ਜਿੱਦਣ ਇਹਨਾਂ ਨੇ ਇਹੋ ਜਿਹੇ ਜਬਲੀਆਂ ਫੇਰ ਮਾਰਤੀਆਂ ਵੀ ਪੜ੍ਹੋ, ਤੁਸੀਂ ਛਾਪੀ ਹੈ ਜੀ, ਮੈਂ ਤੇ ਤੁਹਾਡੀ ਕਿਤਾਬ ਤੁਹਾਡੇ ਲਿਟਰੇਚਰ ਤੁਹਾਡੀ ਲਾਇਬ੍ਰੇਰੀ 'ਚ ਲੈ ਕੇ ਪੜ੍ਹ ਕੇ ਤੇ ਮੈਂ ਇਤਿਹਾਸ ਦੱਸਦਾ ਪਿਆ, ਮੈਨੂੰ ਤੁਸੀਂ ਕਿੱਦਾਂ ਗੁਨਾਹਗਾਰ ਕਹਿ ਸਕਦੇ ਹੋ? ਤੇ ਇਹੋ ਜਿਹੇ ਸਾਡੇ ਕੌਮ ਦੇ ਵਿੱਚ ਧੂਤੇ ਹੈਗੇ ਨੇ, ਅੱਧਿਆਂ ਨੇ ਇੱਧਰ ਖੜ ਜਾਣਾ, ਅੱਧਿਆਂ ਨੇ ਇੱਧਰ ਖੜ ਜਾਣਾ, ਉਹਨੇ ਫੇਰ ਬਰੀ ਹੋ ਜਾਣਾ। ਜੀ 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 ਕੁੱਛੜ ਬਹਿ ਕੇ ਇਹਨੂੰ ਕਹਿੰਦੇ ਦਾੜੀ ਪੁੱਟਣਾ। ਬਿਲਕੁਲ ਬਿਲਕੁਲ। ਚਲੋ ਉਹ ਕੀ ਕਹਿੰਦੇ ਰੋਂਦੀ ਕੀਆਂ, ਮਤਲਬ ਕੁਛ ਨਹੀਂ ਪੱਲੇ, ਬਸ ਸਿਰਫ ਇਹ ਆ ਕਿ ਵਿਖਾਵਾ ਰਹਿ ਗਿਆ। ਪੱਟੀ ਸਾਹਿਬ ਆਪਾਂ ਫੇਰ ਵੀ ਤਪੇ ਹੁੰਦੇ ਆ, ਬੋਲ ਜਾਂਦੇ ਆ। ਮੈਨੂੰ ਕਈ ਵਾਰੀ ਫੋਨ ਆਉਂਦੇ ਨੇ, ਯਾਰ ਤੁਹਾਡੀ ਦੋਨਾਂ ਦੀ ਜੋੜੀ ਜੁਗਲਬੰਦੀ ਜਿਹੜੀ ਹੈ ਭਾਵੇਂ ਘੰਟਿਆਂ ਮধ্যੇ ਲੱਗੀ ਜਾਓ, ਅਸੀਂ ਸੁਣੀ ਜਾਣੇ, ਤੁਸੀਂ ਖੋਜੀ ਜਾਂਦੇ, ਡਿੱਗ ਕਰੀ ਜਾਂਦੇ ਹੋ, ਪਤਾ ਹੀ ਨਹੀਂ ਕਿੱਥੇ ਕਿੱਥੇ ਚੀਜ਼ ਨੂੰ ਜੋੜ ਜਾਂਦੇ ਹੋ, ਫੇਰ ਆ ਕੇ ਵਾਪਸ ਮੁੜਦੇ ਹੋ ਉੱਥੇ। ਮਤਲਬ ਇਹਨਾਂ ਨੇ ਜਬਲੀਆਂ ਮਾਰਨੀਆਂ ਹੀ ਮਾਰਨੀਆਂ। ਪੱਟੀ ਸਾਹਿਬ ਜੀ ਜੀ ਕੋਈ ਕਾਰਵਾਈ ਹੋਊਗੀ ਇਹਨਾਂ ਦੇ? ਕੋਈ ਮੈਂ ਪਹਿਲਾਂ ਕਹਿਤਾ ਇੱਕ ਵੱਡੀ ਸੰਸਥਾ ਨਾਲ ਜੁੜੇ ਨੇ। ਚਲੋ 2005 ਦੇ ਵਿੱਚ ਉਸ ਸੰਸਥਾ ਦੇ ਮੁਖੀ ਦੀ ਤਾਜਪੁਰਸ਼ੀ ਹੋਈ ਸੀ ਤੇ ਉਦੋਂ ਸ਼੍ਰੋਮਣੀ ਕਮੇਟੀ ਦੂਜੇ ਪਾਸੇ ਤੇ ਇਹ ਦੂਜੇ ਪਾਸੇ। ਬਸ ਸਮਝ ਲੈਣੇ, ਸਮਝ ਲਿਓ। ਬੰਦ ਸਿੰਘ ਹੋਈ ਬਕਾਇਦਾ ਤੌਰ ਤੇ ਦੂਜੇ ਪਾਸੇ ਗਿਆ ਸੀ, ਮੈਨੂੰ ਨੌਕਰੀ ਕੋਲ ਨਾ ਕੱਢਦੇ, ਮੈਂ ਤੇ ਗਿਆ, ਪਰ ਬਾਅਦ ਚ ਲੱਗਾ ਸੀ ਆਪ ਭੇਜੇ ਸੀ ਪਹਿਲੇ ਪਾਸੇ ਰੱਖਣੇ। ਚਲੋ ਇਹਨੂੰ ਕਹਿੰਦੇ ਜੋਰਾਵਰਾਂ ਦਾ ਸੱਤੀ ਵੀ 100। ਜੀ 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 ਚਲੋ ਮਿਹਰਬਾਨੀ ਭੱਟ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।